ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਜਿਵੇਂ ਕਿ ਅਕਸਰ ਪ੍ਰੋਗਰਾਮਾਂ ਦੇ ਵਿੱਚ ਅਸੀਂ ਵਿਦਵਾਨਾਂ ਨੂੰ ਲੈ ਕੇ ਆਪ ਜੀ ਨਾਲ ਸਾਂਝ ਪਾਉਂਦੇ ਹਾਂ, ਉਸੇ ਲੜੀ ਦੇ ਵਿੱਚ ਅੱਜ ਮੇਰੇ ਨਾਲ ਡਾਕਟਰ ਜਗਜੀਤ ਸਿੰਘ ਗਰੇਵਾਲ ਜਿਹੜੇ ਕਿ ਅਕਸਰ ਸਾਡੇ ਪ੍ਰੋਗਰਾਮਾਂ 'ਚ ਆਉਂਦੇ ਰਹਿੰਦੇ ਆ, ਪਰ ਅੱਜ ਸਾਡਾ ਵਿਸ਼ਾ ਵੱਖਰਾ ਹੋਏਗਾ। ਪਿਛਲੇ ਦਿਨੀ ਜਸਵੰਤ ਸਿੰਘ ਕੰਵਲ ਉਹਨਾਂ ਨੇ ਆਪਣੀ ਜ਼ਿੰਦਗੀ 100 ਸਾਲ ਪੂਰੇ ਕੀਤੇ ਆ। ਉਹਨਾਂ ਨੂੰ ਪਹਿਲਾਂ ਤਾਂ 100 ਸਾਲਾ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਦੇ ਯੁੱਗ 'ਚ ਪਹਿਲਾਂ 100 ਸਾਲ ਜਿਉ ਲੈਣਾ ਇਹੀ ਬਹੁਤ ਵੱਡੀ ਗੱਲ ਆ। ਫਿਰ ਉਹ ਸਿਹਤਮੰਦ ਜਿਉਣਾ ਅਖੀਰ ਤੱਕ, ਹੁਣ ਤੱਕ 100 ਸਾਲ ਦੇ ਹੋ ਕੇ ਵੀ ਉਹ ਲਿਖਦੇ ਨੇ। ਇੰਨਾ ਕਮਾਲ ਦਾ ਲਿਖਿਆ ਕਿ ਪੰਜਾਬੀ ਸਾਹਿਤ ਦੇ ਵਿੱਚ ਬਾਬਾ ਬੋੜ ਦੇ ਨਾਂ ਨਾਲ ਜਾਣੇ ਜਾਂਦੇ ਨੇ। 30 ਦੇ ਕਰੀਬ ਬਹੁਤ ਚਰਚਿਤ ਨਾਵਲ ਉਹਨਾਂ ਨੇ ਲਿਖੇ। ਨਾਨਕ ਸਿੰਘ ਤੋਂ ਬਾਅਦ ਜੇ ਕੋਈ ਨਾਵਲਕਾਰ ਪੰਜਾਬੀ ਸਰੋਤਿਆਂ ਨੂੰ ਭਾਇਆ ਤਾਂ ਉਹ ਜਸਵੰਤ ਸਿੰਘ ਕੰਵਲ ਹੀ ਸੀ। ਨਾਨਕ ਸਿੰਘ ਨੇ ਜ਼ਿਆਦਾ ਸ਼ਹਿਰੀ ਜੀਵਨ 'ਤੇ ਲਿਖਿਆ, ਉੱਥੇ ਜਸਵੰਤ ਸਿੰਘ ਕੰਵਲ ਨੇ ਮਾਲਵੇ ਦੇ ਪਿੰਡਾਂ ਨੂੰ ਬੇਸ ਬਣਾ ਕੇ ਬੇਸਿਕਲੀ ਪੇਂਡੂ ਜ਼ਿੰਦਗੀ 'ਤੇ ਨਾਵਲ ਲਿਖੇ, ਉਹ ਵੀ ਬਹੁਤ ਚੜ੍ਹਦੀ ਕਲਾ ਵਾਲੇ। ਜਿਵੇਂ ਕਿ ਅਸੀਂ ਅਕਸਰ ਜਾਣਦੇ ਹਾਂ ਕਿ ਜਵਾਨੀ ਦੇ ਵਿੱਚ ਹਰ ਬੰਦੇ ਨੇ ਕਿਸੇ ਨਾ ਕਿਸੇ ਉਸ ਮੂਵਮੈਂਟ ਦੇ ਵਿੱਚ ਜਾਣਾ ਹੁੰਦਾ ਜਿਹੜੀ ਉਸ ਸਮੇਂ ਚੱਲਦੀ ਹੋਵੇ। ਸੋ ਜਸਵੰਤ ਸਿੰਘ ਕੰਵਲ ਤਾਂ ਵੱਡੇ ਹੋ ਕੇ ਵੀ, ਵਡੇਪੇ 'ਚ ਜਾ ਕੇ ਵੀ ਨੌਜਵਾਨਾਂ ਦੀਆਂ ਮੂਵਮੈਂਟ ਦੇ ਨਾਲ ਜੁੜੇ ਰਹੇ ਅਤੇ ਉਹਨਾਂ ਨੂੰ ਰਾਹ ਦਸੇਰਾ ਵੀ ਬਣਦੇ ਰਹੇ। ਸੋ ਅੱਜ ਮੇਰੇ ਨਾਲ ਡਾਕਟਰ ਜਗਜੀਤ ਸਿੰਘ ਗਰੇਵਾਲ, ਜਿਨ੍ਹਾਂ ਦੇ ਜਸਵੰਤ ਸਿੰਘ ਕੰਵਲ ਨਿੱਘੇ ਦੋਸਤ ਰਹੇ, ਅੱਜ ਤੱਕ ਉਹ ਦੋਸਤੀ ਕਾਇਮ ਆ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਜੀ ਜਸਵੰਤ ਸਿੰਘ ਕੰਵਲ ਦੀ ਗੱਲ ਕਰਦੇ ਹਾਂ ਜੀ, ਉਹਨਾਂ ਨੇ ਸੱਚ ਨੂੰ ਫਾਸੀ, ਰਾਤ ਬਾਕੀ ਹੈ, ਸਿਵਲ ਲਾਈਨਜ਼, ਲਹੂ ਦੀ ਲੋ, ਇੰਨਿਆਂ 'ਚ ਉੱਠੇ ਸੂਰਮਾ, ਖੂਨ ਕੇ ਸੋਲੇ ਗਾਵੇ ਨਾਨਕ, ਬਹੁਤ ਲੰਮਾ ਸਫ਼ਰ ਹੈ ਜੀ। ਜੇ ਉਹਨਾਂ ਦੇ ਸਾਹਿਤ ਦਾ ਸਫ਼ਰ ਹੈ ਦੇਖੀਏ, ਨਾਲ ਦੀ ਨਾਲ ਜ਼ਿੰਦਗੀ ਦਾ ਲੰਮਾ ਸਫ਼ਰ ਵੀ। ਕਈ ਲੋਕੀ ਹੈ ਜੀ ਉਹ ਲਿਖਣ ਦੇ ਫੀਲਡ 'ਚ ਲੇਟ ਜਾ ਕੇ ਆਉਂਦੇ ਆ ਕਿ ਜਦੋਂ ਬਜ਼ੁਰਗ ਹੋ ਗਏ ਸੀਗੇ, 50 ਸਾਲਾਂ ਤੋਂ ਉੱਤੇ ਹੋ ਗਏ, ਪਰੋੜ ਹੋ ਗਈ ਸੋਚ, ਫਿਰ ਲਿਖਣਾ ਸ਼ੁਰੂ ਕੀਤਾ। ਪਰ ਇਹ ਤਾਂ ਬਹੁਤ ਯੰਗ ਏਜ 'ਚੋਂ ਲਿਖਣਾ ਸ਼ੁਰੂ ਕੀਤਾ ਅਤੇ ਹੁਣ ਤੱਕ ਲਿਖਦੇ ਆ। ਤੁਹਾਡੇ ਨਿੱਘੇ ਮਿੱਤਰ ਰਹੇ ਜੀ, ਤੁਹਾਡੇ ਨਾਲ ਉਹ ਪਿਆਰ ਦੀਆਂ ਸਾਂਝਾਂ। ਆਪਾਂ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ ਅੰਮ੍ਰਿਤਾ ਪ੍ਰੀਤਮ ਜੀ ਬਾਰੇ, ਬਹੁਤ ਸਲਾਹਿਆ ਗਿਆ ਕਿਉਂਕਿ ਉਹ ਗੱਲਾਂ ਆਮ ਲੋਕਾਂ ਕੋਲ ਨਹੀਂ ਹੈਗੀਆਂ ਜਿਹੜੀਆਂ ਦੋਸਤਾਂ ਕੋਲ ਹੁੰਦੀਆਂ ਨੇ। ਸੋ ਕਦੋਂ ਅਤੇ ਕਿੱਥੇ ਕਿਵੇਂ ਮਿਲਾਪ ਹੋਇਆ ਸੀ? ਇਹ 1960 ਤੋਂ ਹੁਣ ਗਿਣਤੀ ਕਰ ਲਓ। ਅੱਛਾ ਜੀ, 60 ਕੁ ਸਾਲ ਹੋ ਗਏ। ਕਿਆ ਬਾਤ। ਸਾਂਝ ਨੂੰ ਉਹ ਹੋਇਆ ਇਸ ਤਰ੍ਹਾਂ ਵੀ ਮੈਂ ਵੀ ਉਦੋਂ ਸ਼ਾਇਰ ਜੀ, ਨਵਾਂ ਸੀ ਉੱਠਦਾ ਅਤੇ ਮੋਗਾ ਸਾਹਿਤ ਸਭਾ ਇੱਕ ਚੱਲਦੀ ਸੀ ਉਸ ਵੇਲੇ। ਅੱਛਾ ਜੀ। ਉਹਦੇ 'ਚ ਜਸਵੰਤ ਸਿੰਘ ਕੰਵਲ ਪ੍ਰਧਾਨ ਸੀਗੇ ਜੀ। ਅੱਛਾ। ਅਤੇ ਜਨਰਲ ਸੈਕਟਰੀ ਸੀਗੇ ਕਾਤਮ ਅਮਰ ਰਾਹੀ, ਸਾਡੇ ਸ਼ਾਇਰ ਹੋਏ। ਅਤੇ ਉੱਥੇ ਜਾਣ ਆਉਣ ਹੁੰਦਾ ਸੀ। ਅੱਛਾ। ਅਤੇ 1962 ਦੇ ਵਿੱਚ ਅਸੀਂ ਮਾਲਵੇ ਦਾ ਪੁੰਗਰ ਦਾ ਸਾਹਿਤ, ਅੱਛਾ, ਇੱਕ ਕਿਤਾਬ ਪੋਇਟਰੀ ਦੀ ਲਿਖੀ ਸੀ। ਮੇਰੀ ਵੀ ਨਜ਼ਮ ਵਿੱਚ ਸੀ ਅਤੇ ਉਹ ਸਾਰੀ ਗਾਈਡੈਂਸ ਜਸਵੰਤ ਸਿੰਘ ਕੰਵਲ ਦੀ ਸੀ। ਅੱਛਾ। ਅਤੇ ਇਹ ਸਿਲਸਿਲਾ ਉਹਨਾਂ ਦੇ ਨਾਲ ਚੱਲਦਾ ਰਿਹਾ ਕਿਉਂਕਿ ਆਈਡੀਓਲੋਜੀਕਲੀ ਇੱਕ ਦੂਜੇ ਦੇ ਨਾਲ ਨਜ਼ਦੀਕ ਸੀਗੇ, ਇਸ ਲਈ ਦੋਸਤੀ ਥੋੜ੍ਹੀ ਜਿਹੀ ਜ਼ਿਆਦਾ ਵੱਧਦੀ ਰਹੀ। ਅੱਛਾ। ਦੂਜੇ ਸੀਗਾ ਬਈ 66 'ਚ ਅੱਛਾ ਜਾ ਕੇ ਮੇਰੀ ਸ਼ੁਰੂ ਹੋਏ ਸੀਗੇ ਅੰਮ੍ਰਿਤਾ ਦੇ ਨਾਲ ਖੱਤ। ਅੱਛਾ। ਛਪਣੇ। ਹਾਂਜੀ ਹਾਂਜੀ। ਅਤੇ ਉਸ ਵੇਲੇ ਉਹਨਾਂ ਦਾ ਬੜਾ ਚਰਚਾ ਸੀ ਅਤੇ ਉਸ ਕਰਕੇ ਵੀ ਸਾਡੀ ਜਿਹੜੀ ਦੋਸਤੀ ਨਿੱਘੀ ਹੁੰਦੀ ਰਹੀ। ਕਿਆ ਬਾਤ। ਕਿਉਂਕਿ ਲੈਟਰਸ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ। ਠੀਕ ਹੈ। ਫਿਰ ਮੈਂ ਵੀ ਆਪਣੀਆਂ ਉਹ ਪੜ੍ਹਾਈਆਂ ਜੀ ਕਰਕੇ MA ਕਰਨ ਤੋਂ ਬਾਅਦ ਮੈਂ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਪ੍ਰੋਫੈਸਰ ਲੱਗ ਗਿਆ। ਅੱਛਾ। ਅਤੇ ਦੋਸਤੀ ਇੰਨੀ ਕੁ ਸੀ ਵੀ ਮੈਂ ਇੱਕ ਚਿੱਠੀ ਲਿਖੀ ਅਤੇ ਮੇਰੇ ਕਹਿਣ ਦੇ ਉੱਤੇ ਉਹ ਲੈਕਚਰ ਕਰਨ ਉੱਥੇ ਆ ਗਏ। ਅੱਛਾ। ਮਾਨਸਾ। ਸਿਰਫ ਇੰਨੀ ਗੱਲ। ਅਸੀਂ ਉਹ ਦੋਸਤੀ ਇਸ ਤਰ੍ਹਾਂ ਰਹੀ। ਹੱਕ ਦੋਸਤੀ ਇਹ ਸੀ ਬਈ ਉੱਥੋਂ ਆਉਂਦੇ ਹੋਏ ਮੈਨੂੰ ਕਹਿ ਗਏ ਬਈ ਅਗਲੀ ਵਾਰ 68 'ਚ ਆ ਕੇ TUDK ਜੁਆਇਨ ਕਰ ਲਾ। ਅੱਛਾ ਜੀ। ਬਾਹਰ ਕਿਉਂ ਫਿਰਦਾ। ਅੱਛਾ ਜੀ। ਮਤਲਬ ਇਹ ਦੋਸਤੀ ਦਾ ਨਿੱਘ ਸੀ। ਕਿਆ ਬਾਤ ਹੈ। ਅਤੇ ਇਸ ਤਰ੍ਹਾਂ ਸੀ। ਇਸ ਤੋਂ ਬਾਅਦ
70 ਦੇ ਵਿੱਚ ਮੇਰੀ ਉਹ ਕਿਤਾਬ ਛਪੀ ਸੀ ਅੰਮ੍ਰਿਤਾ ਦੇ ਨਾਲ ਫਿਰ ਤੁਸੀਂ ਢੁੱਡੀ ਕੇ ਆ ਗਏ ਜੀ? ਹਾਂ ਹਾਂ, ਮੈਂ ਕਿਵੇਂ ਨਾ ਆਉਂਦਾ ਜੀ। ਠੀਕ ਹੈ ਜੀ। ਉੱਥੇ ਉਦੋਂ ਇਹ ਨਹੀਂ ਸੀ ਹੁੰਦਾ ਵੀ ਉਹ ਮੈਂ ਰਿਜ਼ਾਈਨ ਦੇਵਾਂ ਜੀ ਫਲਾਨੀ ਤੁਸੀਂ ਮੈਨੂੰ ਲੈਟਰ ਦੇ ਦਿਓ, ਇਹ ਨਹੀਂ ਸੀ। ਮੈਨੂੰ ਕਹਿਤਾ, ਮੇਰਾ ਖਿਆਲ ਆ ਕਿ ਜੁਲਾਈ ਦੇ 12 ਤਰੀਕ ਨੂੰ ਜਾਂ 13 ਤਰੀਕ ਨੂੰ ਅੱਛਾ ਜੀ। ਮੈਂ ਉੱਥੇ ਰਿਜ਼ਾਈਨ ਦੇ ਕੇ ਹਿਸਾਬ ਕਿਤਾਬ ਕੀਤਾ। 14 ਤਰੀਕ ਨੂੰ ਇੱਥੇ ਜੁਆਇਨ ਕਰ ਲਿਆ। ਕੀ ਬਾਤ ਹੈ। ਫਿਰ ਹੋਰ ਤੰਦਾਂ ਪੀੜੀਆਂ ਹੋ ਗਈਆਂ ਜੀ, ਬਹੁਤ ਫਿਰ ਜ਼ਿਆਦਾ। ਨੇੜੇ ਆ ਗਏ ਤੁਸੀਂ? ਇਹ ਸਿਰਫ ਆਪਾਂ ਇਸ ਲਈ ਗੱਲ ਕਰਦੇ ਹਾਂ ਕਿਉਂਕਿ ਵੀ ਅਸੀਂ ਕਿੰਨੇ ਕੁ ਇੱਕ ਦੂਜੇ ਦੇ ਨੇੜੇ ਸੀ। ਉਸ ਨੂੰ ਐਡਜੈਕਟਿਵ ਲਾਉਣ ਦੀ ਜਗ੍ਹਾ ਇਹ ਸੀ। ਤੇ 70 ਦੀ ਜਿਹੜੀ ਮੇਰੀ ਅੰਮ੍ਰਿਤਾ ਦੇ ਨਾਲ ਖਤ ਸੀ, ਉਹਦਾ ਪ੍ਰੀਫੇਸ ਵੀ ਜਸਵੰਤ ਸਿੰਘ ਕੰਵਲ ਨੇ ਲਿਖਿਆ ਸੀ। ਅੱਛਾ ਜੀ। ਇਹ ਸਾਡੀ ਮੁੱਢਲੀ ਦੋਸਤੀ ਸੀਗੀ ਜਿਹਨੂੰ ਆਪਾਂ ਕਹਿ ਸਕਦੇ ਹਾਂ। ਕੀ ਬਾਤ ਹੈ ਜੀ। ਕਿਹੋ ਜਿਹੇ ਇਨਸਾਨ ਨੇ ਜੀ? ਇੱਕ ਹੁੰਦਾ ਨਾ ਦਿਲ ਦਰਿਆ ਸਮੁੰਦਰੋਂ ਡੂੰਘੇ ਵਾਲਾ, ਹਾਂਜੀ, ਜਿਹੜਾ ਜ਼ਿਕਰ ਕੀਤਾ। ਬਿਲਕੁਲ, ਹਾਂਜੀ। ਬੰਦਾ ਦਿਲ ਦਰਿਆ ਹੈ ਅੱਛਾ। ਤੇ ਦਿਲ ਦੀ ਮੰਨਦਾ ਹੈ, ਅਕਲ ਦੀ ਨਹੀਂ ਮੰਨਦਾ ਹੈ, ਜਿਹੜਾ ਆਮ ਤੌਰ ਤੇ ਸਮਝਿਆ ਜਾਂਦਾ ਵੀ ਬਹੁਤ ਸਿਆਣਾ ਹੈਗਾ ਨਾ। ਦੂਸਰੇ ਹੈਗਾ ਇਹ ਬਈ ਉਹ ਤੁਹਾਡੇ ਲਈ ਬਹੁਤ ਹੈਲਪਫੁਲ ਹੈ। ਅੱਛਾ, ਡਿਵੋਟਡ ਵੀ ਹੈ। ਤੇ ਜਿੱਥੇ ਜਿਹਨੂੰ ਕਦਰਦਾਨ ਆਪਾਂ ਕਹਿੰਦੇ ਨੇ, ਕੀ ਬਾਤ, ਕਦਰਦਾਨ ਹੈ ਜੀ ਜੀ। ਇਸ ਹੱਦ ਤੱਕ ਬਈ ਮੈਂ 78 ਚ ਕੀਤੀ PhD। ਅੱਛਾ। ਤੇ ਅਦਰਵਾਈਜ਼ ਤਾਂ ਅਸੀਂ ਮਿਲਦੇ ਹੀ ਸੀਗੇ, ਪਰ ਉਸ ਵੇਲੇ ਇਲਾਕੇ ਦੇ ਸਾਰੇ ਸਾਹਿਤਕਾਰਾਂ ਨੇ ਇਕੱਠੇ ਹੋ ਕੇ ਕੰਵਲ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਮੈਨੂੰ ਰੈਕਗਨਾਈਜ਼ ਕੀਤਾ, ਮਾਣ ਕੀਤਾ, ਮਤਲਬ ਸਮਝੋ। ਇਹ ਇਸ ਤਰ੍ਹਾਂ ਵੀ ਕਰਦੇ ਸੀ। ਕਿਆ ਬਾਤ ਹੈ। ਦੂਜੇ ਇਹਨਾਂ ਦਾ ਇਹ ਸੀਗਾ ਜੀ ਬਈ ਇਹਨਾਂ ਦੀ ਜਿਹੜੀ ਹੈਗੀ ਸੀ ਇਹ ਗੱਲ ਮੇਰੇ ਨਾਲ ਹੀ ਤਾਲੁਕ ਨਹੀਂ ਰੱਖਦੀ। ਅੱਛਾ। ਇਹ ਪੂਰੇ ਦੇਸ਼ 'ਚ ਇਸ ਤਰ੍ਹਾਂ ਸੀ। ਕਿਉਂਕਿ ਬਲਰਾਜ ਸੈਣੀ ਜਦੋਂ ਵੀ ਛੁੱਟੀਆਂ ਮਨਾਉਂਦੇ ਆ ਜੀ, ਉਹ ਕਸ਼ਮੀਰ ਨਹੀਂ ਸੀ ਜਾਂਦੇ, ਢੁੱਡੀ ਕੇ ਆਉਂਦੇ ਸੀ। ਹਾਂ ਬਿਲਕੁਲ, ਮੈਂ ਪੜ੍ਹਿਆ ਜੀ ਇਹ ਚੀਜ਼, ਮੈਂ ਵੀ ਪੜ੍ਹੀ ਆ। ਪਰ ਮੈਂ ਇੱਕ ਗੱਲ ਤੋਂ ਹੈਰਾਨ ਆ ਕਿ ਬਲਰਾਜ ਸੈਣੀ ਫਿਲਮਾਂ ਦੇ ਵਿੱਚ ਬਹੁਤ ਵੱਡਾ ਨਾਂ ਸੀ ਤੇ ਜਸਵੰਤ ਸਿੰਘ ਕੰਵਲ ਦੇ ਬੜੇ ਮਿੱਤਰ ਨਿੱਘੇ ਦੋਸਤ ਸੀ, ਉਹਨਾਂ ਕੋਲ ਆ ਕੇ ਛੁੱਟੀਆਂ ਗੁਜ਼ਾਰਦੇ ਸੀ, ਪਰ ਉਹਨਾਂ ਦੀ ਕਿਸੇ ਕਿਤਾਬ ਤੇ ਕੋਈ ਫਿਲਮ ਨਹੀਂ ਬਣੀ। ਇਹ ਗੱਲ ਇਸ ਤਰ੍ਹਾਂ ਹੈਗਾ ਕਿ ਫਿਲਮ ਦਾ ਬਣਨਾ ਉਹਦੇ ਲਈ ਤੁਹਾਡੇ ਅਸਰ ਰਸੂਖ ਤੇ ਤੁਹਾਡੇ ਪ੍ਰਾਪੇਗੰਡੇ ਦਾ ਜ਼ਰੂਰੀ ਹੈ। ਦੋਸਤੀਆਂ ਨੂੰ ਵਰਤਣਾ ਜ਼ਰੂਰੀ ਹੈ। ਜਸਵੰਤ ਕੰਵਲ ਜਿਹੜਾ ਹੈਗਾ ਦੋਸਤ ਹੀ ਸੀਗਾ, ਵਰਤਣ ਵਾਲਾ ਨਹੀਂ ਸੀ ਨਾ। ਕਿਆ ਬਾਤ ਹੈ। ਇੱਕ ਗੱਲ। ਦੂਜੇ ਜਿਸ ਤੇ ਇਹਨਾਂ ਨੇ ਸੀ ਜਿਹੜੀ ਬੰਬੇ ਦੀ ਇੰਡਸਟਰੀ ਸੀ, ਉਸ ਦੇ ਫਿਲਮਾਂ ਬਣਾਉਣ ਦੇ ਤੌਰ ਤਰੀਕੇ ਡਿਫਰੈਂਟ ਹੁੰਦੇ ਆ। ਜੀ ਜੀ, ਬਿਲਕੁਲ ਜੀ। ਤੇ ਉਹਨਾਂ ਦੇ ਵਿੱਚ ਪੈਸਾ ਚੱਲਦਾ, ਉਹਦੇ ਕਰਕੇ ਤੀਜੇ ਇਹਨਾਂ ਨੇ ਕੋਸ਼ਿਸ਼ ਵੀ ਨਹੀਂ ਕੀਤੀ। ਪਰ ਉਹ ਬਲਰਾਜ ਸੈਣੀ ਸੀਗਾ, ਕਿਉਂਕਿ ਬਲਰਾਜ ਸੈਣੀ ਦੇ ਉੱਥੇ ਆਉਣ ਦੇ ਕਰਕੇ ਜਸਵੰਤ ਸਿੰਘ ਕੰਵਲ ਦੇ ਬਾਰੇ ਸਾਨੂੰ ਪਤਾ ਲੱਗਦਾ ਵੀ ਇਹਦਾ ਵਿਅਕਤੀਤਵ ਕੀ ਸੀਗਾ। ਬਿਲਕੁਲ। ਨੰਬਰ 2, ਇਹ ਨਹੀਂ ਕਿ ਮੈਂ ਕਹਿਣਾ, ਤੇ ਮੈਂ ਉੱਥੇ ਰਹਿੰਦਾ ਸੀਗਾ ਢੁੱਡੀ ਕੇ। ਜੀ ਜੀ। ਚੁਬਾਰਾ ਜਿਹਾ ਸੀਗਾ ਇੱਕ ਖੇਤਾਂ 'ਚ। ਅੱਛਾ। ਤੇ ਜੋ ਪਹਿਲੀ ਵਾਰ ਜਦੋਂ ਆਏ ਤਾਂ ਉਹ ਜਸਵੰਤ ਕੰਵਲ ਇਕੱਲਾ ਨਾ ਆਇਆ, ਨਾਲ ਬਲਰਾਜ ਸੈਣੀ ਆ ਗਿਆ। ਅੱਛਾ ਜੀ। ਫਿਰ ਉਹ ਤੇ ਤੁਹਾਨੂੰ ਪਤਾ ਵੀ ਇੱਕ ਮੰਜੇ 'ਚ ਤੇ ਬੈਠ ਕੇ ਫਿਰ ਅਸੀਂ ਚਾਹਾਂ ਚੂਹਾਂ ਪੀਤੀਆਂ। ਤੇ ਚਾਹਾਂ ਚੂਹ ਪੀਤੀਆਂ ਦਾ ਮਤਲਬ ਹੈਗਾ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ। ਕਿਆ ਬਾਤ। ਮਤਲਬ ਬਲਰਾਜ ਸੈਣੀ ਵੀ ਐਸਾ ਗ੍ਰੇਟ ਸੀ ਕਿ ਮੈਂ ਜਦੋਂ ਪਾਕਿਸਤਾਨ ਗਿਆ, ਅੱਛਾ, ਉੱਥੇ ਹੈਡ ਆਫ ਦੀ ਇੰਗਲਿਸ਼ ਡਿਪਾਰਟਮੈਂਟ ਸੀਗੇ ਲਾਹੌਰ ਯੂਨੀਵਰਸਿਟੀ 'ਚ। ਅੱਛਾ। ਮਿਸਟਰ ਪੱਟੀ। ਅੱਛਾ। ਉਹ ਸ਼ਾਇਰ ਸੀਗੇ। ਹਾਂਜੀ। ਤਾਂ ਮੈਂ ਜਿਹੜਾ ਆਰਟੀਕਲ ਉੱਥੋਂ ਆ ਕੇ ਟ੍ਰਿਬਿਊਨ 'ਚ ਲਿਖਿਆ, ਅੱਛਾ, ਉਹ ਮੈਂ ਲਿਖਿਆ ਕਿ ਮਿਸ ਡਾਕਟਰ ਪੱਟੀ ਇਹ ਪਾਕਿਸਤਾਨ ਦਾ ਬਲਰਾਜ ਸੈਣੀ ਹੈ। ਕਿਆ ਬਾਤ ਹੈ। ਇਹਦਾ ਮਤਲਬ ਹੈ ਕਿ ਬਲਰਾਜ ਸੈਣੀ ਦੀ ਜਿਹੜੀ ਸੀਗੀ ਸਟਾਈਲ ਆਫ ਰਾਈਟਿੰਗ, ਕਿਆ ਬਾਤ ਹੈ, ਤੇ ਉਹਦਾ ਸਬਜੈਕਟ ਮੈਟਰ, ਹਿਊਮੈਨਿਟੀ, ਬਿਲਕੁਲ, ਉਹ ਬਹੁਤ ਗ੍ਰੇਟ ਸੀ। ਬਹੁਤ ਹੀ ਗ੍ਰੇਟ ਜੀ। ਡਾਕਟਰ ਸਾਹਿਬ, ਗੱਲਾਂ ਕਰਦਿਆਂ ਸਮਾਂ ਭੱਜ ਰਿਹਾ, ਮੈਨੂੰ ਹੈਗੀ ਮੈਂ ਕੋਸ਼ਿਸ਼ ਕਰਦਾ ਵੀ ਆਪਾਂ ਵੱਧ ਤੋਂ ਵੱਧ ਇਹਦੇ ਵਿੱਚ ਲਾਹਾ ਲੈ ਲਈਏ। ਤੁਸੀਂ ਉਸ ਕਾਲਜ ਦੇ ਵਿੱਚ ਪੜ੍ਹਾਇਆ ਜਿੱਥੇ ਉਹ ਪ੍ਰਬੰਧਕੀ ਬੋਰਡ ਦੇ ਵਿੱਚ ਸੀਗੇ, ਜਾਂ ਮਤਲਬ ਕਾਲਜ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ। ਆਪਣੇ ਕੋਲ ਸਮਾਂ ਹੋ ਗਿਆ ਇਸ ਵੇਲੇ ਬ੍ਰੇਕ ਦਾ ਹੀ। ਬ੍ਰੇਕ ਤੋਂ ਬਾਅਦ ਮੈਂ ਇਹ ਜ਼ਰੂਰ ਜਾਣਨਾ ਚਾਹੂੰਗਾ ਕਿ ਕੁਛ ਕਿੰਤੂ ਪਰੰਤੂ ਹੁੰਦੇ ਆ ਕਿ ਢੁੱਡੀ ਕੇ ਪਿੰਡ ਗਦਰੀ ਬਾਬਿਆਂ ਦਾ ਪਿੰਡ ਸੀ,
ਸੋ ਸਮਾਂ ਹੋ ਗਿਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਹ ਵੀ ਆਪਾਂ ਅੱਜ ਗੰਢ ਜ਼ਰੂਰ ਖੋਲਾਂਗੇ ਕਿ ਉਸ ਕਾਲਜ ਦਾ ਨਾਂ ਲਾਲਾ ਲਾਜਪਤ ਰਾਏ ਦੇ ਨਾਂ ਤੇ ਕਿਉਂ ਰੱਖਿਆ ਗਿਆ। ਛੋਟੀ ਜਿਹੀ ਬ੍ਰੇਕ, ਹੁਣੇ ਵਾਪਸੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਗੱਲਬਾਤ ਦੀ ਲੜੀ ਨੂੰ ਅੱਗੇ ਚਲਾਉਂਦੇ ਹਾਂ। ਮੇਰੇ ਨਾਲ ਡਾਕਟਰ ਜਗਜੀਤ ਸਿੰਘ ਗਰੇਵਾਲ। ਡਾਕਟਰ ਸਾਹਿਬ, ਉਸ ਕਾਲਜ ਤੁਸੀਂ ਪੜ੍ਹਾਇਆ, ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਜੋ ਵੀ ਉਹਦਾ ਨਾਂ ਹੈਗਾ, ਉਹਦੇ ਵਿੱਚ ਜਸਵੰਤ ਸਿੰਘ ਕੰਵਲ ਦਾ ਕੀ ਰੋਲ ਸੀਗਾ? ਉਹ ਕਿਉਂ ਨਹੀਂ ਕਿਸੇ ਗਦਰੀ ਬਾਬੇ ਦੇ ਨਾਂ ਤੇ ਕਾਲਜ ਦਾ ਨਾਂ ਰੱਖਿਆ ਗਿਆ? ਹਾਂ, ਇਹ ਗੱਲ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਉਸ ਕਾਲਜ ਦੇ ਵਿੱਚ ਜਸਵੰਤ ਕੰਵਲ ਦੀ ਦੱਸ ਪੁੱਛ ਹੈਗੀ ਸੀ ਕਿ ਨਹੀਂ। ਇਹ ਵੀ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਦਾ। ਠੀਕ ਹੈ ਜੀ। ਉਹ ਮੈਂ ਜਦੋਂ ਸੀਗਾ ਨਾ ਜੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਜੀ ਜੀ ਸ਼ੁਰੂ 'ਚ ਹੀ ਲੱਗਿਆ, ਅਤੇ ਮੇਰੀ ਦੋਸਤੀ ਸੀ ਉਸ ਵੇਲੇ। ਦੋਸਤੀਆਂ ਅੱਜ ਕੱਲ੍ਹ ਦੀਆਂ ਆਰਟੀਫਿਸ਼ਲ ਜੀਆਂ ਨਹੀਂ ਸੀ। ਮੈਂ ਚਿੱਠੀ ਲਿਖੀ, ਮੈਂ ਕਿਹਾ ਕੰਵਲ ਸਾਹਿਬ ਵੀ ਤੁਸੀਂ ਆ ਕੇ ਸਾਡੇ ਲੈਕਚਰ ਕਰ ਜਾਓ ਜੇ ਫਲਾਂ ਤਰੀਕ ਨੂੰ ਅਸੋ ਵਧੀਆ। ਅਤੇ ਉਹਦੇ 'ਚ ਕੋਈ ਗੱਲ ਨਹੀਂ ਹੋਈ। ਉਹਨੇ ਕਾਰਡ ਲਿਖਦੇ ਹੁੰਦੇ ਸੀ ਇੱਕ। ਜੀ ਜੀ ਕਾਰਡ ਹੀ ਹੁੰਦੇ ਸੀ। ਹਾਂਜੀ ਹਾਂਜੀ। ਲਿਖਤਾ ਬਈ ਮੈਂ ਬਈ ਆ ਜਾਊਂਗਾ ਉਸ ਤਰੀਕ ਨੂੰ, ਤੂੰ ਆਪਣਾ ਰੱਖ ਲਾ ਪ੍ਰੋਗਰਾਮ। ਠੀਕ ਹੈ। ਅੱਜ ਕੱਲ੍ਹ ਹੁੰਦਾ ਨਾ ਜੀ, ਤੁਸੀਂ ਜਦੋਂ ਸੱਦੋਗੇ ਕਾਰ ਦਾ ਖਰਚਾ ਇਹਨਾਂ ਦੇਵੋਗੇ, ਇਹਨਾਂ ਲੈਕਚਰ ਬਿਲਕੁਲ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਖੈਰ ਉੱਥੇ ਗਿਆ ਦਾ ਮਾਣ ਤਾਣ ਅਸੀਂ ਕਰਨਾ ਸੀ ਬਿਲਕੁਲ। ਅਤੇ ਆਉਣ ਵੇਲੇ ਮੈਨੂੰ ਕਹਿੰਦੇ, ਓਏ ਜਗਜੀਤ, ਮੈਂ ਕਿਹਾ ਹਾਂਜੀ, ਇੱਥੇ ਬੈਠਾ ਹੈ ਅਤੇ ਤੂੰ ਉੱਥੇ ਢੁੱਡੀ ਕਿ ਨਹੀਂ ਆ ਹੁੰਦਾ, ਆ ਕੇ ਉੱਥੇ ਜੁਆਇਨ ਕਰ ਲਾ। ਅੱਛਾ। ਅਤੇ ਮੈਂ ਕਿਹਾ ਠੀਕ ਹੈ ਜੀ। ਉਨੀ ਗੱਲ ਤੋਂ ਚੁੱਪ ਕਰ ਗਿਆ ਮੈਂ ਵੀ, ਅਤੇ ਮੈਂ ਉਸ ਸੈਸ਼ਨ ਪੂਰਾ ਕਰਕੇ ਉੱਥੇ ਦਿੱਤਾ ਜਵਾਬ। ਜਿਹੜੇ ਦਿਨ ਜਵਾਬ ਦਿੱਤਾ ਦੂਜੇ ਦਿਨ ਇੱਥੇ ਜੁਆਇਨ ਕਰ ਲਈ। ਇਹਦਾ ਮਤਲਬ ਹੈ ਕਿ ਜਸਵੰਤ ਕੰਵਲ ਦੀ ਚੱਲਦੀ ਸੀ ਕਾਲਜ। ਬਿਲਕੁਲ ਹਾਂਜੀ। ਨੰਬਰ 2, ਬਈ ਉਹ ਕਾਲਜ ਜਸਵੰਤ ਸਿੰਘ ਕੰਵਲ ਨੇ ਨਹੀਂ ਬਣਾਇਆ। ਅੱਛਾ। ਦਿੱਲੀ ਦੀ ਇੱਕ ਸੰਸਥਾ ਸੀਗੀ, ਸਰਵੈਂਟਸ ਆਫ ਦੀ ਪੀਪਲ ਸੁਸਾਇਟੀ। ਅੱਛਾ। ਉਹ ਕਾਂਗਰਸੀਆਂ ਦਾ ਇੱਕ ਗਰੁੱਪ ਸੀਗਾ, ਅਤੇ ਉਹ ਆਪਣੀ ਤਰ੍ਹਾਂ ਦੇ ਸੀਗੇ। ਜੀ ਜੀ। ਅਤੇ ਇਹਨਾਂ ਨੇ ਜਦੋਂ ਸਰਪੰਚ ਬਣੇ ਪਿੰਡ ਦੇ, ਇਹਨਾਂ ਨੇ ਪਿੰਡ ਦੇ ਵਿਕਾਸ ਲਈ ਬਹੁਤ ਜ਼ਿਆਦਾ ਯਤਨ ਕੀਤੇ। ਜਸਵੰਤ ਕੰਵਲ ਬਹੁਤ ਚਿਰ ਰਹੇ। ਉਦੋਂ ਇਹ ਗੱਲ ਚੱਲੀ ਵੀ ਐਜੂਕੇਸ਼ਨ ਦਾ ਆਪਾਂ ਹਾਇਰ ਸੈਕੰਡਰੀ ਸਕੂਲ ਤੋਂ ਕਿਉਂ ਨਾ ਕਾਲਜ ਬਣਾ ਲਈ। ਜੀ। ਅਤੇ ਉਹ ਜਦੋਂ ਗੱਲ ਚੱਲੀ ਤਾਂ ਇਹਨਾਂ ਨੂੰ ਮਿਨਿਸਟਰ ਨੇ ਇਨਫੋਰਮੇਸ਼ਨ ਦਿੱਤੀ, ਬਈ ਤੁਸੀਂ ਜੇ ਬਣਾ ਸਕਦੇ ਹੋ ਤੁਸੀਂ ਲਾਲਾ ਲਾਜਪਤ ਰਾਏ ਦੇ ਨਾਂ 'ਤੇ ਬਣਾ ਸਕਦੇ ਹੋ, ਕਿਉਂਕਿ ਮੇਰੇ ਖਿਆਲ ਉਹਨਾਂ ਦੇ ਨਾਨਕੇ ਸੀ ਇੱਥੇ। ਹਾਂ ਲਾਲਾ ਲਾਜਪਤ ਬਿਲਕੁਲ 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 ਰਹੇ ਇੱਥੇ ਬਹੁਤ। ਉਹਨਾਂ ਜਨਮ ਵੀ ਇੱਥੋਂ ਦਾ ਹੀ ਆ। ਹਾਂ, ਰਹੇ ਆ ਬਹੁਤ ਜੀ। ਅਤੇ ਫਿਰ ਉਹ ਗੱਲ ਚੱਲੀ, ਇਹਨਾਂ ਨੇ ਆਪਣੀ ਡਿਸਕਸ ਕੀਤੀ ਪਿੰਡ ਵਾਲਿਆਂ ਨਾਲ। ਉਹ ਕਹਿੰਦੇ ਵੀ ਆਪਾਂ ਜੇ ਕਾਲਜ ਬਣਾਉਣਾ ਅਤੇ ਜਿਸ ਤਰੀਕੇ ਨਾਲ ਆਪਾਂ ਨੂੰ ਮਿਲ ਸਕਦਾ ਆਪਾਂ ਕਿਉਂ ਲੈ ਲਈਏ, ਵੀ ਨੌਵਾਂ 'ਚ ਕੀ ਪਿਆ। ਬਿਲਕੁਲ। ਅਤੇ ਦੂਜੀ ਗੱਲ ਇਹ ਸੀਗੀ ਵੀ ਉਹਨਾਂ ਨੇ ਫਿਰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਲਿਖ ਕੇ ਸਰਵੈਂਟਸ ਆਫ ਦੀ ਪੀਪਲ ਸੁਸਾਇਟੀ ਨੂੰ। ਅੱਛਾ। ਬਈ ਤੁਸੀਂ ਜੇ ਚਾਹੋ ਤਾਂ ਅਸੀਂ ਜ਼ਮੀਨ ਜੇ ਤੇ ਕਰ ਲਾਂਗੇ, ਅਰੇਂਜ ਕਰ ਦਿੰਦੇ ਅਤੇ ਤੁਸੀਂ ਇੱਥੇ ਬਣਾ ਲਓ। ਉਹਨਾਂ ਨੇ ਆਪਣਾ ਰਿਪਰੈਜ਼ੈਂਟੇਟਿਵ ਭੇਜਿਆ। ਅੱਛਾ। ਨਾਂ ਉਹਨਾਂ ਸੀਗਾ ਸਤਪਾਲ। ਅੱਛਾ। ਉਹ ਸੈਕਟਰੀ ਵੀ ਰਹੇ ਬਾਅਦ 'ਚ। ਅੱਛਾ। ਇਸ ਲਈ ਕਾਲਜ ਤਾਂ ਸਰਵੈਂਟਸ ਆਫ ਦੀ ਪੀਪਲ ਸੁਸਾਇਟੀ ਨੇ ਬਣਾਇਆ। ਅੱਛਾ, ਉਹਨਾਂ ਨੇ ਬਣਾਇਆ ਜੀ। ਇਹ ਗੱਲ ਸੱਚੀ ਹੈ। ਠੀਕ ਹੈ। ਅਤੇ ਇਹਨਾਂ ਦਾ ਇਹ ਸੀਗਾ ਬਈ ਉਹਨਾਂ ਦੇ ਕਾਲਜ ਬਣਾਉਣ ਨੂੰ ਵਰਤ ਕੇ ਆਪਣੇ ਇਲਾਕੇ ਲਈ ਲਾਹਾ ਲੈਣਾ ਚੰਗਾ ਜਾਂ ਮਾੜਾ, ਇਹ ਹਰ ਇੱਕ ਬੰਦੇ ਦੇ ਨੂੰ ਡਿਸਕਸ ਕਰ ਲੈਣਾ ਚਾਹੀਦਾ, ਸੋਚ ਲੈਣਾ ਚਾਹੀਦਾ। ਜੀ ਜੀ ਬਿਲਕੁਲ ਜੀ ਬਿਲਕੁਲ। ਉਸ ਵੇਲੇ ਐਜੂਕੇਸ਼ਨ ਦਾ ਪਸਾਰ। ਹਾਂਜੀ ਹਾਂਜੀ। ਦੂਜੀ ਗੱਲ ਇਹ ਬਈ ਕੀ ਉੱਥੇ ਲਾਲਾ ਲਾਜਪਤ ਰਾਏ ਦੀ ਆਈਡੀਓਲੋਜੀ ਚੱਲੀ ਤੇ ਗਦਰੀ ਬਾਬਿਆਂ ਦੀ ਨਾ ਚੱਲੀ। ਬਾਬਾ ਰੂਟ ਸਿੰਘ ਉਹਨਾਂ ਦੀ। ਜੀ ਜੀ। ਇਹ ਹੋਰ ਕਈ ਸਾਰੇ ਉੱਥੋਂ ਦੇ ਦੇਸ਼ ਭਗਤ ਆਪਣੇ ਹੋਏ ਆ। ਆਪਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਨਮਸਕਾਰ ਵੀ ਕਰਦੇ ਹਾਂ। ਜੀ ਜੀ। ਉਹ ਇਹ ਹੈ ਵੀ ਜਿਹੜੀ ਹੈਗੀ ਸੀਗੀ ਨਕਸਲਵਾੜੀ ਮੂਵਮੈਂਟ। ਜੀ। ਨਕਸਲਵਾੜੀ ਮੂਵਮੈਂਟ ਦੇ ਵਿੱਚ ਢੁੱਡੀ ਕੇ ਕਾਲਜ ਵੀ ਇੱਕ ਹਿੱਸਾ ਰਿਹਾ। ਇਹਦਾ ਮਤਲਬ ਹੈ ਕਿ ਉੱਥੇ ਦੇ ਸਟੂਡੈਂਟਸ ਅਤੇ ਪ੍ਰੋਫੈਸਰਾਂ ਦੇ ਵਿੱਚ ਪ੍ਰੋਗਰੈਸਿਵ ਆਈਡੀਓਲੋਜੀ ਚੱਲਦੀ ਸੀ। ਬਿਲਕੁਲ ਜੀ। ਤੁਹਾਡੇ ਗੱਲ ਦੇ ਜਵਾਬ 'ਚ ਮੈਂ ਗੱਲ ਜਾਣ ਬਿਲਕੁਲ ਜੀ। ਔਰ ਇਹ ਗੱਲ ਇੰਨੀ ਨਹੀਂ ਹੈ, ਜਿਹੜਾ ਤੁਹਾਡੇ ਨਾਲ ਬੈਠਾ ਬੰਦਾ
ਇਸ ਬੰਦੇ ਦੀ ਵੀ ਪੁਲਿਸ ਇਨਕੁਆਇਰੀ ਹੋਈ ਅੱਛਾ ਜੀ। ਤੇ ਮੋਗੇ ਤੋਂ ਪੁਲਿਸ ਆਫੀਸਰ ਆਏ ਤੇ ਮੈਨੂੰ ਉਹਨਾਂ ਨੇ ਥਾਣੇ ਸੱਦਿਆ ਅੱਛਾ ਕਾਲਜ ਚੋਂ। ਤੇ ਜਸਵੰਤ ਕੰਵਲ ਹੋਣੀ ਉਦੋਂ ਸਰਪੰਚ ਸੀਗੇ, ਇਹਨਾਂ ਨੂੰ ਵੀ ਸੱਦਿਆ। ਉਹ ਕਹਿੰਦੇ ਪ੍ਰੋਫੈਸਰ ਸਾਹਿਬ ਵੀ ਤੁਸੀਂ ਪ੍ਰਚਾਰ ਕਰਦੇ ਹੋ ਤਾਂ ਹੀ ਇੱਥੇ ਦੇ ਮੁੰਡੇ ਨਕਸਲਵਾੜੀ ਬਣਦੇ ਆ, ਤੁਹਾਡੇ ਤੇ ਕੇਸ ਕਿਉਂ ਨਾ ਪਾਈਏ। ਅੱਛਾ ਜਸਵੰਤ ਕੋਲ ਪਤਾ ਕਹਿੰਦਾ ਜੀ, ਕਹਿੰਦਾ ਗੱਲ ਹੈ ਕਿ ਇਹ ਜੀ ਵੀ ਇਹ ਤਾਂ ਸਾਡਾ ਰੋਮਾਂਟਿਕ ਜਿਹਾ ਮੁੰਡਾ, ਠੀਕ ਹੈ। ਇਹਦੀ ਕਿਤਾਬ ਦੇਖ ਲਓ, ਅਮਰਤਾ ਦੇ ਨਾਲ ਖਤ, ਇਹਦੀਆਂ ਪੋਇਮਾਂ ਦੇਖ ਲਓ। ਉਹ ਇਹ ਤਾਂ ਕਹਿੰਦੇ ਐਵੇਂ ਹੀ ਹੈਗਾ ਜੀ, ਇਹਦੇ ਨਾਂ ਪੈ ਗਿਆ। ਉਦੋਂ ਮੈਨੂੰ ਛਡਾਇਆ। ਠੀਕ ਹੈ ਜੀ। ਇਹ ਗੱਲ ਦੇ ਮਤਲਬ ਆਪਾਂ ਇਹਨਾਂ ਲੈਂਦੇ ਹਾਂ ਬਈ ਉਸ ਵੇਲੇ ਇਹ ਨਹੀਂ ਸੀ ਕਿ ਉੱਥੋਂ ਦੇ ਜਿਹੜੇ ਵਿਦਿਆਰਥੀਆਂ 'ਚ ਜਿਹੜੀ ਆਈਡੀਓਲੋਜੀ ਪ੍ਰੋਗਰੈਸਿਵ ਸੀ ਜੀ ਜੀ, ਉਹ ਨਹੀਂ ਸੀ ਪ੍ਰਚਾਰੀ ਜਾਂਦੀ। ਰਿਐਕਸ਼ਨਰੀ ਕਾਲਜ ਨਹੀਂ ਸੀ। ਕਿਆ ਬਾਤ ਹੈ ਜੀ। ਅੱਛਾ ਜੀ, ਇੱਕ ਇੰਡੀਆ ਤੋਂ ਆਹ ਛਪਿਆ ਇੱਕ ਪੇਪਰ ਪਿਛਲੇ ਦਿਨਾਂ ਦੇ ਵਿੱਚ, ਕੰਵਲ ਦੇ ਜਿਹੜਾ ਉਹਨਾਂ 100 ਸਾਲਾ ਮਨਾ ਰਹੇ ਜਨਮ ਦਿਨ ਹੈ ਨਹੀਂ, ਉਹਨਾਂ ਨੇ ਲਿਖਿਆ ਦਾ ਮੈਨ ਹੂ ਰਿਫਿਊਜ਼ ਟੂ ਬੀ ਫੈਂਸ ਸਿਟਰ। ਹਾਂ, ਫੈਂਸ ਸਿਟਰ। ਤੇ ਇਹਦੇ 'ਚ ਆਪਾਂ ਜਦੋਂ ਜਸਵੰਤ ਕੰਵਲ ਦੇ ਨਾਲ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਇਹ ਕਰ ਲੈਣਾ ਚਾਹੀਦਾ ਟ੍ਰੈਂਡ ਸੈਟਰ। ਟ੍ਰੈਂਡ ਸੈਟਰ, ਓਕੇ ਠੀਕ ਹੈ ਜੀ। ਹਾਂ, ਫੈਂਸ ਸਿਟਰ ਨਹੀਂ ਸੀ, ਨਹੀਂ, ਟ੍ਰੈਂਡ ਸੈਟਰ ਸੀ। ਠੀਕ ਹੈ। ਤੁਸੀਂ ਕਲੀਅਰ ਹੋ ਇਹਦੇ ਬਾਰੇ, ਟ੍ਰੈਂਡ ਸੈਟਰ ਤੇ ਉਹਦੇ ਬਾਰੇ? ਜਿਹੜੇ ਬੰਦੇ ਟ੍ਰੈਂਡ, ਇਹ ਫੈਂਸ ਸਿਟਰ ਤਾਂ ਮੈਨੂੰ ਲੱਗਦਾ ਵੀ ਜਿਹੜਾ ਕਹਿੰਦੇ ਆ ਵੀ ਡੱਬੂ ਕੰਧ ਤੇ ਪੰਜਾਬੀ 'ਚ ਅਸੀਂ ਕਹਿ ਦਿੰਦੇ ਆ ਵੀ ਜਿਹੜਾ ਫੈਂਸ ਤੇ ਬਹਿੰਦਾ ਦੋਨੋਂ ਪਾਸੇ ਦੇਖਦਾ, ਤੇ ਟ੍ਰੈਂਡ ਸੈਟਰ ਹੈ ਵੀ ਜਿੱਥੇ ਬਹਿ ਗਿਆ ਤਾਂ ਫਿਰ ਹੁਣ ਉਹਨੇ ਟ੍ਰੈਂਡ ਸੈਟਰ। ਹਾਂ, ਗੱਲ ਹੈਗੀ ਇਹ ਕਿ ਇਹਦੇ 'ਚ ਜ਼ਿਆਦਾ ਡਿਗਰੀਆਂ ਦੀਆਂ ਕਲਗੀਆਂ ਦੀ ਜ਼ਰੂਰਤ ਨਹੀਂ ਹੁੰਦੀ ਜੀ। ਬੰਦੇ ਦਾ ਲੋਕਾਂ ਦੇ ਅਹਿਸਾਸਾਂ ਪ੍ਰਤੀ ਸੈਂਸਿਟਿਵ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਦੂਸਰਾ ਹੈ ਇਹ ਉਹਦਾ ਡਿਵੋਟਡ ਹੋਣਾ ਜ਼ਰੂਰੀ ਹੈ। ਤੇ ਇਹ ਵੀ ਜ਼ਰੂਰੀ ਹੈ ਕਿ ਬੰਦੇ ਨੂੰ ਆਪਣੇ ਸੱਭਿਆਚਾਰ ਜਿਹੜਾ ਜੀਵਨ ਦਾ ਉਹਦੇ 'ਚ ਇਹ ਹੋਣਾ ਚਾਹੀਦਾ ਹੈ ਕਿ ਬੰਦੇ ਨੂੰ ਆਪਣੇ ਸਵਾਰਥੀ ਨਹੀਂ ਹੋਣਾ ਚਾਹੀਦਾ, ਸੈਲਫ ਨੂੰ ਟ੍ਰਾਂਸੈਂਡ ਕਰਨਾ ਚਾਹੀਦਾ। ਜੀ ਜੀ। ਇਹ ਇਸ ਕਰਕੇ ਉਹ ਹੋਇਆ। ਦੂਜੇ ਉਹਨਾਂ ਨੂੰ ਪਹਿਲਾਂ ਤਾਂ ਜਾਣਾ ਪਿਆ ਗਿਆ ਸੀ ਮਲੇਸ਼ੀਆ। ਅੱਛਾ ਜੀ। ਮਲਾਇਆ ਜਾਂ ਮਲਾਇਆ ਜੀ, ਹਾਂਜੀ, ਮਲੇਸ਼ੀਆ ਨੂੰ ਮਲਾਇਆ। ਤੇ ਤੁਹਾਨੂੰ ਪਤਾ ਵੀ ਉਹ 'ਤੇ ਜੋ ਜਾਂਦਾ ਬੰਦਾ ਮਿਹਨਤਾਂ ਕਰਕੇ ਪੈਸੇ ਕਮਾਉਣ ਦੀ ਗੱਲ ਹੁੰਦੀ ਜੀ ਜੀ। ਤੇ ਉੱਥੇ ਪਹਿਲਾਂ ਇਹਨਾਂ ਦੇ ਰਹਿਣ ਦੇ ਪ੍ਰੋਗਰਾਮ ਸੀਗਾ ਤੇ ਕੁਛ ਅਟੈਚਮੈਂਟ ਵੀ ਇੱਕ ਲੇਡੀ ਨਾਲ ਹੋਈ ਉੱਥੋਂ ਦੀ ਨਾ। ਜੀ ਜੀ। ਉਹ ਵੀ ਕੰਟਰੀਬਿਊਟ ਕਰਦੀ ਹੈ, ਹਾਰ ਜਿਹੜੀ ਹੁੰਦੀ ਹੈ। ਅੱਛਾ। ਜਾਂ ਵਿਛੋੜਾ ਜਿਹੜਾ ਹੁੰਦਾ ਬੰਦੇ ਦੇ ਸੈਂਸਿਟਿਵ ਹੋ ਕੇ ਬਿਰਹਾ ਦੀ ਪੋਇਟਰੀ ਲਿਖਣ ਲਈ। ਤੋਂ ਪਹਿਲਾਂ ਇਹਨਾਂ ਨੇ ਪੋਇਟਰੀ ਲਿਖਣੀ ਸ਼ੁਰੂ ਕੀਤੀ, ਪਰ ਇਹਨਾਂ ਨੂੰ ਜ਼ਬਰਦਸਤੀ ਇੰਡੀਆ ਆਉਣਾ ਪੈ ਗਿਆ, ਘਰ ਦੇ ਕੁਛ ਹਾਲਾਤ ਹੋ ਗਏ। ਹਾਂਜੀ। ਤਾਂ ਇਹ ਵੀ ਕੰਟਰੀਬਿਊਟ ਕਰਦਾ ਸੀ। ਇਹਨਾਂ ਕਰਕੇ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ। ਕਿਉਂਕਿ ਮੈਂ ਇੱਕ ਉਹਨਾਂ ਇੰਟਰਵਿਊ ਸੁਣੀ ਜੀ, ਉਹ ਕਹਿੰਦੇ ਵੀ ਭਰਾ ਨੇ ਸਰਪੰਚੀ ਦੀ ਚੋਣ ਲੜ ਲਈ, ਵੀ ਉਹਦੇ 'ਚ ਖਰਚਾ ਵੱਧ ਹੋ ਗਿਆ ਤਾਂ ਵਾਪਸ ਆਉਣਾ ਪੈ ਗਿਆ। ਸੋ ਜਿਹੜੇ ਸਰਪੰਚੀ ਦੀ ਚੋਣ ਲੜਨ ਵਾਲੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਜੀ, ਧਿਆਨ ਹੀ ਰੱਖਿਆ ਜਾਵੇ, ਚੰਗਾ ਰਹਿੰਦਾ ਬੰਦਾ। ਤੇ ਫਿਰ ਹੈਗਾ ਜੀ ਜਿਹੜੀ ਪਹਿਲਾ ਨਾਵਲ ਜਿਹੜਾ ਇਹਨਾਂ ਦਾ ਮਸ਼ਹੂਰ ਹੋਇਆ, ਸੱਚ ਨੂੰ ਫਾਂਸੀ, ਉਹ ਤੋਂ ਬਾਅਦ ਫਿਰ ਲਗਾਤਾਰ ਇੱਕ ਤੋਂ ਇੱਕ ਨਾਵਲ ਆਉਂਦੇ ਗਏ ਤੇ ਹਰ ਤਰ੍ਹਾਂ ਦੇ ਸਾਹਿਤ ਤੇ ਹੱਥ ਵੀ ਜਮਾਇਆ। ਉਹਨਾਂ ਨੇ ਰੋਮਾਂਟਿਕ ਵੀ ਲਿਖਿਆ, ਫਿਰ ਜਿੱਥੇ ਜਿਹੜੀ ਨੈਕਸਲਾਈਟ ਮੂਵਮੈਂਟ ਦੇ ਨਾਲ ਲਹੂ ਦੀ ਲੋ, ਮੈਨੂੰ ਵੀ ਯਾਦ ਆ ਕਿ ਅਸੀਂ ਵੀ ਲੁੱਕ ਕੇ ਪੜ੍ਹਦੇ ਰਹੇ। ਘਰ ਦੇ ਕਹਿੰਦੇ ਸੀ ਜੇ ਪੁਲਿਸ ਨੇ ਦੇਖ ਲਿਆ ਛਿੱਤਰ ਪਤਾਣ ਹੋਊ ਤੁਹਾਡੇ ਦੇ। ਮਤਲਬ ਇਹ ਹਰ ਫੀਲਡ ਤੇ ਲਿਖ ਲੈਂਦੇ ਸੀਗੇ ਜੀ। ਇਹਦਾ ਮਤਲਬ ਹੈਗਾ ਇਹ ਕਿ ਜਦੋਂ ਬੰਦਾ ਲਿਖਦਾ ਉਹ ਇੱਕ ਤਾਂ ਹੁੰਦੇ ਨੇ ਕਮਿਟਡ, ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਾ ਕੇ ਇਮਾਨਦਾਰੀ ਤੋਂ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਪੈਂਦਾ। ਬਿਲਕੁਲ ਜੀ, ਉਹ ਤਾਂ ਆਪਾਂ ਹੁਣ ਦੇਖਦੇ ਹਾਂ। ਤੇ ਉਸ ਕਰਕੇ ਉੱਥੇ ਇਹ ਗਏ ਤਾਂ ਸਹੀ, ਪਰ ਇਹਨਾਂ ਦੀ ਉੱਥੇ ਬਣੀ ਨਹੀਂ। ਅੱਛਾ। ਉਦੋਂ ਇਹ ਐਜ਼ ਏ ਨਾਵਲਿਸਟ, ਸ਼ਾਰਟ ਸਟੋਰੀ ਰਾਈਟਰ ਐਸਟੈਬਲਿਸ਼ ਹੋ ਗਏ ਸੀ। ਅੱਛਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਪਿੰਡ ਆ ਕੇ ਸ਼ੁਰੂ ਕੀਤਾ, ਉੱਥੋਂ ਛੱਡਤਾ। ਉਹ ਜਿਹੜਾ ਰਿਐਕਸ਼ਨ ਸੀ ਉਹ ਵੀ ਇਹਨਾਂ ਦੀ ਵਿਚਾਰਧਾਰਾ ਦੇ ਬਣਨ ਦੇ ਵਿੱਚ ਕਾਰਗਰ ਸੀ। ਇਹਦੇ ਇਸ ਤਰ੍ਹਾਂ ਸੀਗਾ ਜੀ। ਕਾਮਰੇਡ ਸੀਗੇ ਜੀ। ਕਾਮਰੇਡ ਦੇ ਮੈਂ ਇੱਕ ਤਾਂ ਹੁੰਦਾ ਕਮਿਊਨਿਸਟ, ਹਾਂਜੀ, ਇੱਕ ਹੁੰਦਾ ਕਾਮਰੇਡ। ਹਾਂਜੀ। ਕਾਮਰੇਡ ਮੈਨੇ ਹੁੰਦਾ ਸਾਥੀ।
ਕੈਮਿਨਿਸਟ ਹੁੰਦਾ ਹੈ ਜਿਹੜਾ ਮਾਰਕਸਿਸਟ ਆਈਡੀਓਲੋਜੀ ਨੂੰ ਮੰਨਦਾ ਹੋਵੇ। ਹਾਂਜੀ, ਹਾਂਜੀ। ਹੁਣ ਤੁਸੀਂ ਮੈਨੂੰ ਕਾਮਰੇਡ ਪੁੱਛਦੇ ਹੋ ਕਿ ਕੈਮਿਨਿਸਟ ਪੁੱਛਦੇ ਹੋ? ਦੋਨੋਂ ਹੀ ਦੱਸ ਦਿਓ ਸਾਨੂੰ। ਗੱਲ ਹੈਗੀ ਇਹ ਕਿ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ, ਕਿਉਂਕਿ ਮੈਂ ਇੰਨਾ ਚਿਰ ਨਾਲ ਰਿਹਾ। ਬਿਲਕੁਲ ਜੀ, ਹਾਂਜੀ। ਮੈਂ ਹੁਣ ਮਤਲਬ ਹੈਗਾ 2 ਸਾਲ ਪਹਿਲਾਂ ਵੀ ਜਦੋਂ ਮੈਂ ਇੰਡੀਆ ਗਿਆ ਸੀ ਤਾਂ ਮੈਂ ਇਹਨਾਂ ਨੂੰ ਮਿਲ ਕੇ ਆਇਆ ਸੀ, ਅੱਛਾ। ਅਤੇ ਦੋਸਤੀ ਉਹਦੇ 'ਚ ਰਹੀ। ਇਹ ਜਿਹੜੀ ਸੀਗੀ ਨਾ ਮਾਰਕਸਿਸਟ ਆਈਡੀਓਲੋਜੀ ਦਾ ਸਤਿਕਾਰ ਕਰਦੇ ਸੀ, ਪਰ ਕਮਿਊਨਿਸਟ ਨਹੀਂ ਸੀ। ਅੱਛਾ। ਇਹ ਉੱਥੋਂ ਦੇ ਕਿਰਤੀ ਮਜ਼ਦੂਰਾਂ ਦੀ ਅਤੇ ਕਿਸਾਨਾਂ ਦੀਆਂ ਸਟਰਗਲਾਂ ਦੇ ਵਿੱਚ ਹਾਮੀ ਭਰਦੇ ਸੀ ਅਤੇ ਆਸਰਾ ਵੀ ਦਿੰਦੇ ਸੀ। ਵੱਡੇ ਵੱਡੇ ਲੀਡਰ ਵੀ ਇਹਨਾਂ ਕੋਲ ਜਾਂਦੇ ਸੀ, ਮੈਨੂੰ ਚੰਗੀ ਤਰ੍ਹਾਂ ਪਤਾ। ਆਓ ਜੀ, ਉਹ ਕਾਲਜ ਦੇ ਕਹਿੰਦੇ ਸਾਲਾਨਾ ਸਮਾਗਮ ਅਤੇ ਉਪ ਰਾਸ਼ਟਰਪਤੀ ਜਾਂ ਮਤਲਬ ਦਿੱਲੀ ਸੈਂਟਰ ਦੇ ਵੱਡੇ ਲੋਕੀ ਹਮੇਸ਼ਾ ਆਉਂਦੇ ਸੀ। ਉਹ ਤਾਂ ਜੀ ਸਰਵੈਂਟਸ ਆਫ ਦੀ ਪੀਪਲ ਸੁਸਾਇਟੀ ਉਹ ਲੈ ਕੇ ਆਉਂਦੇ ਸੀ। ਉਹ ਲੈ ਕੇ ਆਉਂਦੇ ਸੀ। ਸਮਾਂ ਹੋ ਗਿਆ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆਏ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਜਸਵੰਤ ਸਿੰਘ ਕੰਵਰ ਉਹਨਾਂ ਦੀ ਲਾਈਫ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਮੇਰੇ ਨਾਲ ਡਾਕਟਰ ਜਗਜੀਤ ਸਿੰਘ ਗਰੇਵਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਨੇ। ਡਾਕਟਰ ਸਾਹਿਬ, ਤੁਸੀਂ ਇੰਨਾ ਨੇੜਿਓਂ ਵੇਖਿਆ ਉਹਨਾਂ ਨੂੰ, ਉਹਨਾਂ ਦੀ ਜਿਹੜੀ ਸਾਹਿਤਕ ਦੇਣ ਆ ਜੀ, ਜਿਹਦੇ ਵਿੱਚ ਉਹਨਾਂ ਨੇ ਨਾਵਲ, ਕਵਿਤਾਵਾਂ, ਛੋਟੀਆਂ ਕਹਾਣੀਆਂ, ਰੇਖਾ ਚਿੱਤਰ, ਕਿੰਨਾ ਕੁਛ ਲਿਖਿਆ, ਸਵੈ ਜੀਵਨੀ ਵੀ ਲਿਖੀ ਆਪਣੀ। ਸਾਹਿਤ ਨੂੰ ਜਿਹੜੀ ਉਹਨਾਂ ਦੀ ਦੇਣ ਆ, ਉਹਨੂੰ ਕਿਵੇਂ ਦੇਖਦੇ? ਇੱਕ ਗੱਲ ਜਿਹੜੀ ਇਹਦੇ ਬਾਰੇ ਮੰਨ ਲੈਣੀ ਚਾਹੀਦੀ ਹੈ ਬਈ ਸਾਹਿਤ ਲੋਕਾਂ ਲਈ ਹੈ ਕਿ ਆਰਟ ਲਈ ਹੈ। ਆਰਟ ਫॉर ਆਰਟ ਸੇਕ, ਆਰਟ ਫॉर ਲਾਈਫ ਸੇਕ, ਦੋ ਟ੍ਰੈਂਡਸ ਨੇ। ਜੀ ਜੀ। ਆਰਟ ਫॉर ਆਰਟ ਸੇਕ ਹੁੰਦਾ ਜਿੱਥੇ ਜਾ ਕੇ ਤੁਸੀਂ ਕਸੀਦਾਗਰੀ ਕਰਦੇ ਹੋ ਅਤੇ ਡਿਫਰੈਂਟ ਨਵੇਂ ਨਵੇਂ ਟ੍ਰੈਂਡਸ ਸਰਚ ਕਰਦੇ ਹੋ, ਪਰ ਲੋਕਾਂ ਦੀ ਲਾਈਫ ਨਾਲ ਜੁੜਦੇ ਜਿਹੜੇ ਸਮੱਸਿਆਵਾਂ ਨੂੰ ਉਹਨਾਂ ਦਾ ਹੱਲ ਨਹੀਂ ਦੱਸਦੇ। ਆਰਟ ਫॉर ਲਾਈਫ ਸੇਕ ਹੁੰਦਾ ਕਿ ਅਸੀਂ ਆਰਟ ਨੂੰ, ਕਲਾ ਨੂੰ, ਆਪਣੇ ਲਿਖਤ ਦੀ ਕਲਾ ਨੂੰ ਵਰਤਦੇ ਹਾਂ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ। ਅੱਛਾ। ਆਰਟ ਫॉर ਲਾਈਫ ਸੇਕ ਦੇ ਵਿੱਚ ਇਹ ਹੁੰਦਾ। ਹਾਂਜੀ। ਅਤੇ ਜਿਹੜੇ ਪ੍ਰੋਗਰੈਸਿਵਸ ਹੁੰਦੇ ਆ ਉਹ ਇੱਥੇ ਟਿਕਦੇ ਆ। ਅਤੇ ਜਿੱਥੋਂ ਤੱਕ ਸ਼ੁਰੂਆਤ ਇਹਨਾਂ ਦੀ ਹੈਗੀ ਉਹ ਹੈਗਾ ਸਮਾਜਿਕ ਅਨਿਆਏ ਦੇ ਵਿਰੁੱਧ ਸੰਘਰਸ਼। ਅੱਛਾ, ਠੀਕ ਹੈ। ਇਹ ਇਹਨਾਂ ਨੇ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਕਿਉਂਕਿ ਇਹਨਾਂ ਦੇ ਉੱਤੇ ਮਾਰਕਸਵਾਦ ਦਾ ਪਰਛਾਵਾਂ ਪਿਆ, ਬਿਲਕੁਲ, ਅਤੇ ਉਹਨਾਂ ਦੀ ਸਹਿਚਾਰ ਵੀ ਰਿਹਾ। ਅਸੀਂ ਲੋਕ ਵੀ ਪ੍ਰੋਗਰੈਸਿਵ ਹੈਗੇ, ਅਸੀਂ ਵੀ ਆਈਡੀਓਲੋਜੀ ਨੂੰ, ਮੈਂ ਇਹਨਾਂ ਨੂੰ ਥੋੜ੍ਹਾ ਜ਼ਿਆਦਾ ਜਾ ਕੇ ਕਰਦਾ ਪਹਿਲੀ ਕਿਤਾਬ ਤੋਂ ਹੀ। ਅਤੇ ਇਸ ਸਾਰੇ ਦੇ ਵਿੱਚ ਇਹਨਾਂ 'ਤੇ ਜੋ ਪ੍ਰਭਾਵ ਪਿਆ ਤਾਂ ਜਿਹੜਾ ਸੀ ਉਸ ਵੇਲੇ ਸਾਡੇ 'ਤੇ ਜਿਹੜਾ ਰਸ਼ੀਅਨ ਰੈਵੋਲੂਸ਼ਨ ਸੀ, ਉਹਦੇ ਰੈਵੋਲੂਸ਼ਨਰੀ ਸੀਗੇ, ਬਹੁਤ ਗ੍ਰੇਟ ਬੰਦੇ। ਜੀ ਜੀ। ਉਹਨਾਂ ਦਾ ਲਿਟਰੇਚਰ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੁੰਦਾ ਰਿਹਾ। ਹਾਂਜੀ, ਮੈਂ ਵੀ ਕੀਤਾ ਅਤੇ ਉਹ ਬਹੁਤ ਚੱਲਦਾ ਸੀ। ਜੀ ਜੀ। ਅਸੀਂ ਲੋਕ ਸੀ ਕਿਉਂਕਿ ਉਹ ਸਸਤਾ ਹੁੰਦਾ ਸੀ ਅਤੇ ਲੋਕ ਪੜ੍ਹਦੇ ਵੀ ਬਹੁਤ ਸੀ। ਹਾਂਜੀ। ਤਾਂ ਉਹਦੇ ਕਰਕੇ ਇਹਨਾਂ ਦੇ ਕੋਲੇ ਜਿਹੜੇ ਮਾਰਕਸ ਦੇ ਸਿਧਾਂਤ ਹੈਗੇ ਬੁਨਿਆਦੀ, ਡਾਇਲੈਕਟੀਕਲ ਮਟੀਰੀਅਲਿਜ਼ਮ ਦੇ ਟੂਲਸ ਵਗੈਰਾ ਜਿਹਦੇ ਆਪਾਂ ਅੱਗੇ ਵੀ ਜ਼ਿਕਰ ਕਰਦੇ ਹਾਂ, ਉਹ ਇਹਨਾਂ ਨੇ ਸਾਧ ਲਏ ਚੰਗੀ ਤਰ੍ਹਾਂ। ਅੱਛਾ, ਸਮਝ ਲਏ, ਕਿਉਂਕਿ ਉਹ ਸਮਾਜ ਦੀ ਤਬਦੀਲੀ ਦੇ ਲਈ ਬਹੁਤ ਸਹਾਇਕ ਸੀ। ਇਸ ਕਰਕੇ ਉਹਨਾਂ ਟੂਲਸ ਨੂੰ ਇਹਨਾਂ ਨੇ ਆਪਣੇ 'ਚ ਵਰਤ ਲਿਆ। ਠੀਕ ਹੈ। ਅਤੇ ਉਹ ਹੈਗਾ ਨਾ ਜੋ ਆਪਣੇ ਜਦੋਂ ਹੁੰਦਾ ਉਸ ਤੋਂ ਬਾਅਦ ਜਿਵੇਂ ਚੱਲਦਾ ਹੈਗਾ ਆਪਣੇ ਰਾਤ ਬਾਕੀ ਹੈ, ਉਹ ਇਸ ਸਟਰਗਲ 'ਤੇ ਆ ਗਈ। ਬਿਲਕੁਲ ਜੀ। ਲਹੂ ਦੀ ਲੋ ਸਾਰਾ ਹੀ ਮਤਲਬ ਇਸ ਬੇਸ 'ਤੇ ਹੈ ਜੀ, ਉਹ ਆ ਗਿਆ। ਅਤੇ ਉਸ ਤੋਂ ਬਾਅਦ ਆਪਣੀ ਇਹਨਾਂ ਨੇ ਜਿਹੜੀ ਸਿੱਖ ਮੂਵਮੈਂਟ ਵੀ ਚੱਲੀ। ਉੱਥੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਹੁਣ ਇਹ ਤਾਂ ਸਾਨੂੰ ਦੱਸ ਦਿਓ, ਤੁਸੀਂ ਵਿਦਵਾਨ ਵਾਲੇ ਹਿਸਾਬ ਨਾਲ, ਹੁਣ ਸਾਨੂੰ ਸਾਹਿਤਕਾਰਾਂ ਵਾਲੇ ਹਿਸਾਬ 'ਚ ਦੱਸੋ ਥੋੜ੍ਹਾ ਜਿਹਾ ਉਹਨਾਂ ਬਾਰੇ। ਇੱਕ ਹੁੰਦੇ ਨੇ ਫੈਂਸ ਸੈਟਰਸ। ਹਾਂਜੀ। ਆਪਣੇ ਹੈਗਾ ਸੁਰਜੀਤ ਪਾਤਰ ਜੀ, ਹਵਾ 'ਚ ਲਿਖੇ ਬੋਲ ਜਾਂ ਉਕਰੇ ਬੋਲ ਪਹਿਲੀ ਕਿਤਾਬ। ਬਿਲਕੁਲ। ਹਾਂਜੀ। ਪੂਰੀ ਪ੍ਰੋਗਰੈਸਿਵ ਹੈ ਐਨ ਇੱਕ ਆਈਡੀਓਲੋਜੀ ਲੈ ਕੇ ਉੱਥੇ ਚੰਗੀ ਤਰ੍ਹਾਂ ਚੱਲਦੀ ਹੈ। ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਸਮਝਣ ਵਾਲੀ ਹੈ, ਉਹਦਾ ਇੱਕ ਸ਼ੇਅਰ ਬੋਲਦਾ ਮੈਂ ਤੁਹਾਨੂੰ ਜੀ, ਬਈ ਉਹ ਫੈਨ ਸੈਟਰ ਕਿਵੇਂ ਬਣ ਗਿਆ। ਉਹ ਹੈ ਇਹ ਕਿ ਇੰਨਾ ਸੱਚ ਨਾ ਬੋਲੀ ਤੇ ਕੱਲਾ ਰਹਿ ਜਾਵੇਂ।
2-4 ਬੰਦੇ ਰੱਖ ਲੈ ਮੋਢਾ ਦੇਣ ਲਈ। ਮੋਢਾ ਦੇਣ ਲਈ। ਹਾਂਜੀ, ਹੁਣ ਇਹ ਗੱਲ ਸਮਝੌਤਾ ਹੋ ਗਿਆ। ਬੰਦੇ ਰੱਖਣ ਦੀ ਗੱਲ ਹੈਗੀ ਮਨ 'ਚ ਹਲੇ। ਹਾਂ, ਸਮਝੌਤਾ ਹੋ ਗਿਆ, ਸਮਝੌਤਾ ਹੀ ਆ। ਹਾਂਜੀ, ਅਚੱਲੇ ਨਹੀਂ। ਠੀਕ ਹੈ। ਤੇ ਫਿਰ ਨਾ ਉਹ ਆਪਣੀ ਸੁਖਵਿੰਦਰ ਹੈਗੀ ਅਮਰਤ ਜੀ, ਤੇ ਜਿਹੜੇ ਹੁੰਦੇ ਨੇ ਟ੍ਰੈਂਡ ਸੈਟਰ ਵੱਲ ਨੂੰ ਤੁਰਦੇ ਡਿਵੋਟਡ ਬੰਦੇ ਜੀ, ਉਹਦਾ ਵੀ ਇੱਕ ਸ਼ੇਅਰ ਤੁਹਾਨੂੰ ਸੁਣਾ ਦੇਣਾ। ਉਹ ਹੈ ਕਿ ਜਿਨ੍ਹਾਂ ਨੂੰ ਸ਼ੌਕ ਨੱਚਣ ਦਾ ਉਹ ਅੰਗਿਆਰਾਂ ਤੇ ਨੱਚਦੇ ਨੇ। ਕੀ ਬਾਤ। ਸੁਖਵਿੰਦਰ ਅਮਰਤ ਕਹਿੰਦੀ ਹੈ ਕਿ ਜਿਨ੍ਹਾਂ ਨੂੰ ਸ਼ੌਕ ਨੱਚਣ ਦਾ ਉਹ ਉਹ ਅੰਗਿਆਰਾਂ ਤੇ ਨੱਚਦੇ ਨੇ, ਕਿ ਲੈ ਹੁੰਦੀ ਇਹ ਕਦਮ ਪੈਰਾਂ ਵਿੱਚ, ਕੋਈ ਪਾਇਲ ਨਹੀਂ ਹੁੰਦੀ। ਕੀ ਬਾਤ। ਕਿਸੇ ਪੈਰਾਂ 'ਚ ਹੀ ਹੁੰਦੀ। ਹਾਂ, ਇਸ਼ਕ ਜਿਹੜੇ ਕਰਦੇ ਆ ਉਹ ਤਾਂ ਅੱਗੇ ਹੋ ਕੇ ਚੱਲਦੇ ਆ। ਕੀ ਬਾਤ ਹੈ ਜੀ। ਅੱਛਾ, ਨਾਲ ਦੀ ਨਾਲ ਮੈਂ ਹੁਣ ਇੱਕ ਹੋਰ ਸਵਾਲ ਮੇਰੇ ਜ਼ਿਹਨ 'ਚ ਆ ਗਿਆ ਜੀ। ਹੁਣ ਤੁਸੀਂ ਇਸ਼ਕ ਦੀ ਗੱਲ ਕੀਤੀ ਆ, ਇੱਕ ਨਾਂ ਜਸਵੰਤ ਗਿੱਲ ਜੁੜਿਆ ਹੈ ਕਮਲ ਸਾਹਿਬ ਉਹਨਾਂ ਦੇ ਨਾਲ। ਤੁਸੀਂ ਹੁਣ ਬਹੁਤ ਗੂੜੇ ਦੋਸਤ ਹੋ, ਤੁਹਾਨੂੰ ਅੰਦਰਲੀਆਂ ਗੱਲਾਂ ਵੀ ਪਤਾ ਹੋਣਗੀਆਂ। ਪੂਰਾ ਪਤਾ। ਇਹ ਜਸਵੰਤ ਗਿੱਲ ਦਾ ਜਿਹੜਾ ਐਪੀਸੋਡ ਆ ਇਹਦੇ ਬਾਰੇ ਵੀ ਥੋੜਾ ਦੱਸੋ। ਇੱਕ ਨਾ ਮੇਰਾ ਉਹ ਜੀ ਕਰਦਾ ਫੈਜ਼ ਅਹਿਮਦ ਫੈਜ਼ ਦਾ ਸ਼ੇਰ ਬੋਲਣ ਨੂੰ। ਅੱਛਾ ਜੀ। ਜਿਹਦੇ ਤੇ ਟ੍ਰੈਂਡ ਸੈਟਰ ਵਾਲੀ ਗੱਲ ਆਉਂਦੀ ਹੈ। ਸ਼ੋਰ ਜੀ। वो है कि मकाम राह में कोई जंचा ही नहीं फैज़, मकाम राह में कोई जंचा ही नहीं फैज़, जो कुएं याद से चले तो जो कुएं याद से चले तो सूएदार चले। सूएदार चले फांसी दे। ਇਹ ਉਹ ਉਸ ਵੇਲੇ ਦੀ ਗੱਲ ਹੈਗੀ। ਠੀਕ ਹੈ ਜੀ। ਤੇ ਹੁਣ ਰਹੀ ਜਸਵੰਤ ਗਿੱਲ ਦੀ ਗੱਲ। ਜੀ ਜੀ। ਆਪਾਂ ਉਸ ਇੰਟਰਵਿਊ ਦੇ ਵਿੱਚ ਅਮਰਤਾ ਪ੍ਰੀਤਮ ਤੇ ਅਮਰੋਜ਼ ਦੀ ਗੱਲ ਕੀਤੀ ਸੀ। ਬਿਲਕੁਲ ਠੀਕ ਹੈ ਜੀ। ਇੱਥੇ ਥੋੜੀ ਜਿਹੀ ਡਿਫਰੈਂਟ ਗੱਲ ਹੈ। ਜਸਵੰਤ ਗਿੱਲ ਬਹੁਤ ਅੱਛੀ MBBS ਡਾਕਟਰ ਸੀ। ਅੱਛਾ, ਸਿਆਣੀ। ਉਹਨੇ ਕੰਵਲ ਨੂੰ ਪੜ੍ਹਿਆ। ਉਹ ਕੰਵਲ ਦੀ ਲੇਖਣੀ ਤੇ ਇੰਨੀ ਸ਼ਦਾਈ ਹੋ ਗਈ ਕਿ ਜਿਹਨੂੰ ਕਹਾਂਗੇ, ਜੇ ਪੰਜਾਬੀ ਬੋਲੀ 'ਚ ਕਹਾਂਗੇ ਤਾਂ ਕਹਾਂਗੇ ਪੱਟੀ ਗਈ। ਹਾਂਜੀ, ਬਿਲਕੁਲ ਜੀ। ਉਸ ਹੱਦ ਤੱਕ। ਹਾਂ। ਫਿਰ ਉਸ ਤੋਂ ਬਾਅਦ ਮੁਲਾਕਾਤਾਂ ਦਾ ਦੌਰ ਸ਼ੁਰੂ ਹੋਇਆ। ਅੱਛਾ। ਤੇ ਫਿਰ ਇਹਨਾਂ ਦਾ ਇਹ ਫੈਸਲਾ ਹੋਇਆ ਵੀ ਆਪਾਂ ਜਿਹੜੀ ਹੈਗੀ ਦੋਸਤੀ ਇਹ ਲਾਈਫ ਲੌਂਗ ਰੱਖਾਂਗੇ। ਅੱਛਾ। ਤੇ ਉਹਨੂੰ ਪਤਾ ਸੀਗਾ ਕਿ ਜਸਵੰਤ ਕੰਵਲ ਦੇ ਬੱਚੇ ਨੇ। ਠੀਕ ਹੈ ਨਾ ਜੀ। ਤੇ ਉਹਨਾਂ ਨੇ ਫੈਸਲਾ ਕਰ ਲਿਆ ਵੀ ਬੱਚਾ ਨਹੀਂ ਕੋਈ ਪੈਦਾ ਕਰਨਾ। ਤੇ ਫਿਰ ਉਹ ਕਾਫੀ ਲੰਬੀ ਉਮਰ ਤੋਂ ਬਾਅਦ ਚ ਆ ਕੇ ਟੂਡੀ ਕੇ ਵੀ ਰਹਿਣ ਲੱਗੇ। ਤੇ ਉਹਦੇ ਲਈ ਅਲੱਗਾ ਕੋਠੀ ਸੀ ਬਣੀ। ਅੱਛਾ। ਉਹ ਉਹਨਾਂ ਦਾ ਰਿਸ਼ਤਾ ਸੀ। ਤੇ ਉਹ ਫਿਰ ਲਿਖਦੇ ਸੀਗੇ ਸਿਹਤ ਦੇ ਬਾਰੇ ਚ, ਬੱਚਿਆਂ ਦੇ ਬਾਰੇ ਚ। ਅੱਛਾ। ਪੰਜਾਬੀ ਚ। ਪਰ ਉਹਨਾਂ ਦੀ ਹੋ ਗਈ ਡੈਥ। ਅੱਛਾ। ਮੈਂ ਵੀ ਮਿਲਦਾ ਸੀ ਉਹਨੂੰ, ਐਸੀ ਗੱਲ ਨਹੀਂ ਹੈਗੀ। ਰਿਲੇਸ਼ਨ ਇਸ ਹੱਦ ਤੱਕ ਸੀ। ਮੇਰੀ ਜ਼ਿੰਦਗੀ ਦੇ ਬਾਰੇ ਵੀ ਕੰਵਲ ਨੂੰ ਮੇਰੇ ਨੂੰ ਜ਼ਿਆਦਾ ਪਤਾ। ਅੱਛਾ। ਜਦੋਂ ਉਹਦੀ ਡੈਥ, ਮੇਰਾ ਖਿਆਲ ਇੱਥੇ ਹੈ ਨਹੀਂ ਸੀ, ਕਿਤੇ ਦੂਰ ਸੀਗਾ। ਤੇ ਮੈਂ ਚਿੱਠੀ ਲਿਖੀ। ਅੱਛਾ। ਦੇਖੋ ਹੁਣ ਕੰਵਲ ਕੀ ਕਹਿੰਦਾ। ਹੁਣ ਤੁਸੀਂ ਜਸਵੰਤ ਗਿੱਲ ਦੀ ਗੱਲ ਕਰ ਲਈ। ਮੈਨੂੰ 2 ਲਾਈਨਾਂ ਦਾ ਆਏ। ਸੋ ਤੁਸੀਂ ਉਹਨਾਂ ਨੂੰ ਅਫਸੋਸ ਦੀ ਚਿੱਠੀ ਲਿਖੀ। ਅਫਸੋਸ ਦੀ ਤੁਹਾਨੂੰ ਪਤਾ ਲੱਗਿਆ। 2 ਲਾਈਨਾਂ ਦਾ ਲੈਟਰ। ਅੱਛਾ। ਇਕੱਲਾ ਹੀ ਲਿਖਦਾ, ਜਗਜੀਤ ਬਸ ਹੁਣ ਕੀ ਰਹਿ ਗਿਆ, ਸਮਥਿੰਗ ਕੁਝ। ਕਹਿੰਦਾ ਇਉਂ ਹੈਗਾ ਵੀ ਜਿਵੇਂ ਮੈਂ ਜਸਵੰਤ ਗਿੱਲ ਦੇ ਜਾਣ ਤੋਂ ਬਾਅਦ ਉਹਦੇ ਮੁਜਾਵਰ ਬਣ ਕੇ ਬਿਠਾ ਹਾਂ। ਵਾਓ। ਮਜੌਰ ਜਾਂ ਮੁਜਾਵਰ ਉਹ ਹੁੰਦਾ ਜਿਹੜਾ ਕਿਸੇ ਮੁਸਲਮਾਨਾਂ ਦੇ ਟਿੱਲੇ ਦੇ ਉੱਤੇ, ਕਿਸੇ ਦਰਗਾਹ ਦੇ ਉੱਤੇ ਸੇਵਾਦਾਰ ਹੁੰਦਾ। ਇਹ ਇਸ ਹੱਦ ਤੱਕ ਉਹਨਾਂ ਦੀ ਦੋਸਤੀ ਸੀ। ਕੀ ਬਾਤ ਹੈ। ਅੱਛਾ ਡਾਕਟਰ ਸਾਹਿਬ, ਜਦੋਂ ਏਡੇ ਮਹਾਨ ਬੰਦੇ ਇੰਨਾ ਵਧੀਆ ਲਿਖਦੇ ਆ, ਕਮਲ ਸਾਹਿਬ ਦੀ ਲੇਖਣੀ ਦੇ ਵਿੱਚ ਇੰਨਾ ਦਮ ਸੀ। ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਰਾਈਟਰ ਨੇ ਉਹ। ਮਤਲਬ ਜਿੰਨਾ ਪੰਜਾਬੀਆਂ ਨੇ ਉਹਨਾਂ ਨੂੰ ਪੜ੍ਹਿਆ, ਮੈਨੂੰ ਲੱਗਦਾ ਕਿਸੇ ਨੂੰ ਨਹੀਂ ਪੜ੍ਹਿਆ ਹੋਣਾ। ਉਹਨਾਂ ਦੀਆਂ ਕਿਤਾਬਾਂ 'ਚ ਮਹਿੰਗੀਆਂ ਵੀ ਹੁੰਦੀਆਂ ਸੀ ਤਾਂ ਲੋਕੀ ਖਰੀਦਦੇ ਸੀ, ਹੁਣ ਵੀ ਖਰੀਦਦੇ ਆ। ਉਸ ਹਿਸਾਬ ਨਾਲ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਬਣਦਾ ਸਰਦਾ ਸਨਮਾਨ ਮਿਲਿਆ ਜਿਹੜਾ ਉਹ ਡਿਜ਼ਰਵ ਕਰਦੇ ਸੀ ਜਾਂ ਨਹੀਂ? ਕੋਈ ਇਨਾਮ ਜਾਂ ਜਿਹੜੇ ਅਵਾਰਡ? ਉਹਦਾ ਇਹ ਹੈਗਾ ਜੀ ਬਈ ਇਨਾਮ ਦੀ ਵੀ ਗੱਲ ਤੁਹਾਨੂੰ ਸੁਣਾਉਂਦੇ ਹਾਂ।
ਉਹਨਾਂ ਨੂੰ ਪੰਜਾਬੀ ਸਾਹਿਤ ਸ਼੍ਰੋਮਣੀ ਅਵਾਰਡ ਮਿਲਿਆ 2007 'ਚ। ਅੱਛਾ ਜੀ। ਤੇ ਫਿਰ ਸਾਹਿਤ ਅਕਾਡਮੀ ਦਾ ਦਿੱਲੀ ਵਾਲਾ ਮਿਲਿਆ। ਅੱਛਾ। ਉਸ ਤੋਂ ਪਹਿਲਾਂ ਮਿਲਿਆ ਸੀ 1998 ਸਪਰਾਜ। ਅੱਛਾ। ਹੁਣ ਉਹ ਫਿਰ ਲੰਬੀ ਗੱਲ ਹੋ ਗਈ। ਉਹਦੇ 'ਚ ਜਿਹੜੀ ਸੀਗੀ ਚੱਲਦੀ ਸੀ ਅੰਮ੍ਰਿਤਾ ਪ੍ਰੀਤਮ ਦੀ। ਜੀ ਜੀ। ਹੈਂ, ਉਹ ਅੰਮ੍ਰਿਤਾ ਪ੍ਰੀਤਮ ਮੈਨੂੰ ਕਹਿੰਦੀ, ਉਹ ਜਗਜੀਤ ਤੇਰੇ ਅਵੈੜੇ ਜੱਟ ਦਾ ਨਾਂ ਰਿਕਮੈਂਡ ਕਰਤਾ, ਉਹਨੂੰ ਕਹੀਂ ਲੈ ਲਵੇ। ਲੈ ਲਵੇ ਹੁਣ ਅਵੈੜਾ ਜੱਟ ਜਸਵੰਤ ਕਮਲ। ਕੀ ਬਾਤ ਹੈ ਜੀ। ਤੇ ਉਹ ਹੋਇਆ। ਤੇ ਇੱਕ ਹੈਗਾ ਇਹ ਮੇਰੇ ਖਿਆਲ 2008 ਦੇ ਵਿੱਚ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ PhD ਦੀ ਡਿਗਰੀ ਦਿੱਤੀ ਸੀ। ਅੱਛਾ, ਡਾਕਟਰੇਟ ਦਿੱਤੀ। ਹਾਂ, ਇਹ ਉਹਨਾਂ ਦਾ ਹੋਇਆ ਸੀ। ਕੀ ਬਾਤ ਹੈ। ਤੁਸੀਂ ਕਿਵੇਂ ਸੋਚਦੇ ਹੋ ਵੀ ਜੇ ਇਹੀ ਬੰਦਾ ਇੰਗਲਿਸ਼ 'ਚ ਲਿਖਦਾ ਹੁੰਦਾ, ਮਤਲਬ ਇੱਕ ਹੁਣ ਸਾਡਾ ਪੰਜਾਬੀ ਸਾਹਿਤ ਦਾ ਆਪਣਾ ਇੱਕ ਥਾਂ ਹੈਗਾ, ਛੋਟੀ ਲੈਂਗੁਏਜ ਆ, ਥੋੜ੍ਹੇ ਦੇਰ 'ਚ ਬੋਲੀ ਜਾਂਦੀ ਆ, ਫਿਰ ਇਹਦਾ ਮੁਕਾਮ ਕਿਹੜਾ ਹੋਣਾ ਸੀ? ਇਹਦੇ 'ਚ ਜੀ ਆ ਕਿ ਆਪਣੇ ਸੀਗੇ ਉਹ ਮੁੱਲਾਂਪੁਰ ਦਾਖੇ ਦੇ ਕਿਹੜੇ ਸੀਗੇ ਆਪਣੇ ਸੰਤ ਸਿੱਖ। ਹਾਂਜੀ। ਉਹਦੇ ਨਾਲ ਉਹਨਾਂ ਦਾ ਵੀ ਮੇਰਾ ਤਾਲੁਕ ਸੀ। ਅੱਛਾ। ਉਸ ਬੰਦੇ ਨੂੰ ਇਹੀ ਤਰ੍ਹਾਂ ਸੀ, ਮੈਨੂੰ ਕਹਿੰਦਾ ਵੀ ਲਿਖਿਆ ਤਾਂ ਬਹੁਤ ਹੈ ਜਗਜੀਤ, ਤੇ ਕੰਮ ਦਾ ਵੀ ਲਿਖਿਆ, ਪਰ ਕਹਿੰਦਾ ਜੇ ਅੰਗਰੇਜ਼ੀ 'ਚ ਲਿਖਦੇ ਹੁੰਦੇ ਤਾਂ ਮੁੱਲ ਪੈ ਜਾਂਦਾ। ਕੀ ਬਾਤ ਹੈ ਜੀ। ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਇਹ ਸਾਡੇ ਰਾਈਟਰਾਂ ਦੇ ਮਨ 'ਚ ਹਲੇ ਹੈਗਾ ਕਿ ਜੇ ਅੰਗਰੇਜ਼ੀ ਲਿਖਦੇ ਹੁੰਦੇ ਤਾਂ ਮੁੱਲ ਪੈ ਜਾਣਾ ਸੀ। ਅਸੀਂ ਮੁੱਲ ਪਾਉਣ ਵੱਲੋਂ ਕਈ ਵਾਰੀ ਵੇਸਲੇ ਹੋ ਜਾਂਦੇ ਆ, ਪਰ ਜਸਵੰਤ ਸਿੰਘ ਕੰਵਲ ਨੂੰ ਬਹੁਤ ਪੜ੍ਹਿਆ ਗਿਆ, ਇਸ ਗੱਲ ਦੀਆਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਨੇ। ਛੋਟੀ ਬ੍ਰੇਕ, ਹੁਣੇ ਵਾਪਸ ਆਉਂਦੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਮੇਰੇ ਡਾਕਟਰ ਜਗਜੀਤ ਸਿੰਘ ਗਰੇਵਾਲ ਸਾਡੇ ਸਟੂਡੀਓ 'ਚ ਨੇ। ਗੱਲਬਾਤ ਚੱਲ ਰਹੀ ਹੈ ਜਸਵੰਤ ਸਿੰਘ ਕੰਵਲ, ਉਹਨਾਂ ਦੀ ਲਾਈਫ ਬਾਰੇ। ਉਹਨਾਂ ਦੇ ਨਿੱਘੇ ਦੋਸਤ ਨੇ ਡਾਕਟਰ ਸਾਹਿਬ। ਲਿਖਦੇ ਲਿਖਦੇ ਲਹੂ ਦੀ ਲੋ, ਪੂਰਨਮਾਸ਼ੀ, ਏਡੇ ਸਿਵਲ ਲਾਈਨਸ, ਉਹ ਨਾਵਲ ਲਿਖੇ ਉਹਨਾਂ ਨੇ ਜੀ। ਫਿਰ ਇੱਕ ਥਾਂ 'ਤੇ ਜਾ ਕੇ ਲੱਗਿਆ ਵੀ ਉਹਨਾਂ ਦੀ ਸੋਚ ਬਦਲ ਗਈ ਆ। ਉਦੋਂ ਪੰਜਾਬ ਦੇ ਵਿੱਚ ਸਿੱਖ ਮੂਵਮੈਂਟ ਚੱਲਦੀ ਸੀਗੀ। ਉਦੋਂ ਫਿਰ ਉਹਨਾਂ ਦੇ ਜਿਹੜੇ ਨਾਵਲ ਉਦੋਂ ਆਏ, ਖੂਨ ਕੇ ਸੋਲੇ ਗਾਵੇ ਨਾਨਕ, ਉਹਨਾਂ ਨੂੰ ਪੜ੍ਹ ਕੇ ਜਾਂ ਸੀਗਾ ਇੰਨਿਆਂ 'ਚੋਂ ਉੱਠੇ ਸੂਰਮਾ, ਉਹਨਾਂ ਨੂੰ ਪੜ੍ਹ ਕੇ ਲੱਗਿਆ ਕਿ ਬੰਦੇ ਦੀ ਸੋਚ ਬਦਲ ਗਈ ਆ, ਵੀ ਹੁਣ ਇਹ ਖਾਲਿਸਤਾਨੀ ਬਣ ਗਿਆ। ਅੱਛਾ, ਤੇ ਤੁਸੀਂ ਇਹਨੂੰ ਕਿਵੇਂ ਦੇਖਦੇ? ਪਹਿਲੀ ਗੱਲ, ਦੋ ਗੱਲਾਂ ਦੇ ਉੱਤੇ, ਤਿੰਨ ਗੱਲਾਂ ਤੇ ਫੈਸਲਾ ਕਰ ਲਓ। ਠੀਕ ਹੈ। ਇੱਕ ਤਾਂ ਹੁੰਦਾ ਜੀ ਖਾਲਿਸਤਾਨ, ਇੱਕ ਹੁੰਦਾ ਹੈਗਾ ਸਿੱਖਸਤਾਨ ਜੀ। ਇਹ ਜੇ ਕਿਸੇ ਨੇ ਸਮਝਣਾ ਹੋਵੇ ਤਾਂ ਉਹ ਕਪੂਰ ਸਿੰਘ IAS ਹੋਏ, ਹਾਂ, ਸਰਦਾਰ ਕਪੂਰ ਸਿੰਘ, ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਸਪੀਚ ਉਹ ਬੰਦਾ ਸੀ। ਬਿਲਕੁਲ ਜੀ। ਹਾਂਜੀ। ਉਹ ਉਸ ਦੇ ਵਿੱਚ ਸਿੱਖਸਤਾਨ ਦੀ ਗੱਲ ਕਰਦੇ। ਜੀ ਜੀ। ਹਾਂਜੀ, ਬਿਲਕੁਲ। ਇੱਕ ਹੁੰਦਾ ਹੈਗਾ ਪੰਜਾਬ। ਤਿੰਨ ਤਰ੍ਹਾਂ ਦੇ ਹੈਗੇ। ਜੀ ਜੀ ਜੀ। ਇਹਨੂੰ ਪੰਜਾਬਸਤਾਨ ਕਹਿ ਲਓ ਜਾਂ ਪੰਜਾਬ ਕਹਿ ਲਓ, ਬਹੁਤ ਸਿੱਖ ਹੋਮਲੈਂਡ ਕਹਿ ਲਓ। ਹਾਂਜੀ, ਸਿੱਖ ਹੋਮਲੈਂਡ ਨਹੀਂ, ਪੰਜਾਬੀ ਹੋਮਲੈਂਡ। ਪੰਜਾਬੀ ਹੋਮਲੈਂਡ। ਇਹ ਤਿੰਨ ਚੀਜ਼ਾਂ ਨੇ। ਜੀ ਜੀ। ਖਾਲਿਸਤਾਨ ਦੇ ਬਾਰੇ 'ਚ ਤਾਂ ਆਪਾਂ ਕੋਈ ਗੱਲ ਨਾ ਕਰੀਏ। ਜੀ ਜੀ। ਪ੍ਰਥਾएं ਨਹੀਂ ਹੈ। ਸਿੱਖਸਤਾਨ ਦੇ ਬਾਰੇ 'ਚ ਗੱਲ ਹੈਗੀ ਇਹ ਕਿ ਜਿਹੜੀ ਆਈਡੀਓਲੋਜੀ ਹੈਗੀ ਸੀਗੀ ਕਪੂਰ ਸਿੰਘ ਹੋਰਾਂ ਦੀ, ਜੀ ਜੀ, ਉਹ ਇਸ ਤਰ੍ਹਾਂ ਸੀਗਾ, ਉਹ ਸਿਰਫ ਸਿੱਖਾਂ ਨੂੰ ਅਲੱਗ ਕਰਕੇ ਲੈਂਦੇ ਸੀ, ਜਿਹਦੇ ਨਾਲ ਦੂਜੀਆਂ ਜਿਹੜੀਆਂ ਸੀਗੇ ਹਿੰਦੂ, ਮੁਸਲਮਾਨ, ਈਸਾਈ ਤੇ ਦੂਸਰੇ ਲੋਕ, ਉਹ ਝੋਲਾ ਤਾਂ ਹੋ ਜਾਂਦੇ। ਪਰ ਜਿਸ ਫਰੀਲੈਂਡ ਦੀ ਜਸਵੰਤ ਕੰਵਲ ਦੇ ਇਮੈਜੀਨੇਸ਼ਨ ਦੇ ਵਿੱਚ ਬਣਤਰ ਸੀ, ਉਹ ਸੀਗੀ ਪੰਜਾਬ ਦੀ। ਅੱਛਾ। ਉਹ ਪੰਜਾਬੀਆਂ ਨੂੰ ਪਿਆਰ ਕਰਦਾ ਸੀ, ਇਕੱਲੇ ਸਿੱਖਾਂ ਨੂੰ ਨਹੀਂ ਸੀ ਕਰਦਾ। ਜੀ ਜੀ। ਤੇ ਨਾ ਹੀ ਇਕੱਲੇ ਖਾਲਸਿਆਂ ਨੂੰ ਕਰਦਾ। ਪਹਿਲੀ ਗੱਲ ਤਾਂ ਇੱਥੇ ਇਹ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ। ਦੂਜੀ ਗੱਲ, ਉਹਨਾਂ 'ਚ ਚੇਂਜ ਕਿਉਂ ਆਈ? ਮੈਂ ਇਹ ਗੱਲ ਕਹੀ ਹੈ ਕਿ ਉਹ ਪੰਜਾਬ ਦੇ ਜਿਹੜੀ ਸੁਤੰਤਰਤਾ, ਜੀ ਜੀ, ਇਸ ਦੇ ਕਾਇਲ ਸੀਗੇ, ਜਿਹਦੇ ਵਿੱਚ ਇੱਥੋਂ ਦੇ ਰਹਿਣ ਵਾਲੇ ਲੋਕ, ਉਹ ਭਾਵੇਂ ਮੁਸਲਮਾਨ ਨੇ, ਹਿੰਦੂ ਨੇ, ਈਸਾਈ ਨੇ, ਉਹ ਸੈਕੂਲਰਿਜ਼ਮ ਹੈਗਾ। ਜੀ ਜੀ। ਹਰ ਇੱਕ ਨੂੰ ਆਪਣੇ ਆਪਣੇ ਧਰਮ ਮੰਨਣ ਦੀ ਆਜ਼ਾਦੀ, ਪਰ ਸਾਂਝੇ ਤੌਰ ਦੇ ਉੱਤੇ ਅਸੀਂ ਪੰਜਾਬ ਦੇ ਹੱਕ 'ਚ ਹੈਗੇ, ਇਹਦੀ ਉન્નਤੀ ਦੇ ਹੱਕ 'ਚ ਹੈਗੇ।
ਪਹਿਲਾਂ ਜਿਹੜੀ ਮੂਵਮੈਂਟ ਆਪਣੀ ਨਕਸਲਵਾੜੀ ਤੱਕ ਕੰਪਲੀਟ ਹੁੰਦੀ ਹੈ ਜੀ ਜੀ ਤੇ ਜਿਹਦੇ ਤੇ ਹਮਲਾ ਹੁੰਦਾ, ਬਹੁਤ ਜ਼ਿਆਦਾ ਨੌਜਵਾਨ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ, ਉਹਨਾਂ ਦਾ ਘਾਣ ਹੁੰਦਾ, ਬਿਲਕੁਲ ਜੀ। ਉਹ ਚੱਲਦੀ ਹੈ। ਉਸ ਤੋਂ ਬਾਅਦ ਉਸ ਨੂੰ ਸੁਪਰੈਸ ਕੀਤਾ ਜਾਂਦਾ, ਚੰਗੀ ਤਰ੍ਹਾਂ ਦਬਾ ਦਿੱਤਾ ਜਾਂਦਾ ਸਟੇਟ ਬੰਨੀ। ਤੇ ਉਸ ਤੋਂ ਬਾਅਦ ਜਿਹੜੀ ਚੱਲਦੀ ਹੈ, ਆਮ ਤੌਰ ਤੇ ਤਾਂ ਇਹਨੂੰ 1966 ਤੋਂ ਬਾਅਦ ਇਸ ਗਣ ਲੈਣੀ, ਬਿਲਕੁਲ ਜੀ। ਤੇ ਉਹ ਚੱਲਦੀ ਹੈ, ਉਹਦੇ ਵਿੱਚ ਜਿਹੜੀ ਮੈਜੋਰਿਟੀ ਹਿੰਦੂ ਹੈ, ਜਿਹੜੀ ਸੈਂਟਰ ਦੇ ਵਿੱਚ ਡੋਮੀਨੇਟ ਕਰਦੀ ਹੈ, ਜਿਹਦੇ ਬਹੁਤ ਵੱਡੀ ਗਲਤ ਫੈਸਲਾ ਹਰਿਮੰਦਰ ਸਾਹਿਬ ਵਾਲਾ ਹੋਇਆ ਹਮਲਾ, ਜਾਂ ਉਸ ਤੋਂ ਬਾਅਦ ਦੇਸ਼ ਦੇ ਵਿੱਚ ਫਸਾਦ ਹੋਏ, ਖਾਸ ਤੌਰ ਤੇ ਦਿੱਲੀ, ਕਾਨਪੁਰ ਵਗੈਰਾ ਦੇ ਵਿੱਚ, ਉਹਨਾਂ ਦੇ ਨਾਲ ਸਿਚੁਏਸ਼ਨ ਜਿਹੜੀ ਸੀਗੀ ਪੋਲੀਟੀਕਲ, ਉਹ ਬਦਲ ਗਈ ਜੀ। ਇਕਨੋਮਿਕਲੀ ਵੀ ਬਦਲ ਗਈ। ਇਕਨੋਮਿਕਲੀ ਇਸ ਤਰ੍ਹਾਂ ਬਦਲ ਗਈ ਕਿ ਸੈਂਟਰ ਨੇ ਇਹ ਸ਼ੁਰੂ ਕਰਤਾ ਬਈ ਪੰਜਾਬ ਨੂੰ ਮਾਰੋ, ਇਹਨੂੰ ਭੁੱਖਾ ਮਾਰੋ। ਉਹ ਗੜਬੜ ਵਾਲਾ ਇਲਾਕਾ ਹੋ ਗਿਆ ਜੀ, ਆ ਹੋ ਗਿਆ, ਉਹ ਜਾਣ ਕੇ ਪਲਾਂਟ ਕਰੋ। ਬਿਲਕੁਲ ਜੀ, ਬਿਲਕੁਲ। ਉਸ ਵੇਲੇ ਜਿਹੜੇ ਸੀਗੇ ਨਾ ਸਿੱਖ ਮੂਵਮੈਂਟ, ਇੱਥੋਂ ਦੇ ਜੁਝਾਰੂ ਸਿੱਖਾਂ ਦੀ ਜੀ, ਉਹ ਸ਼ੁਰੂ ਹੁੰਦੀ ਹੈ। ਉਸ ਵੇਲੇ ਜਿਹੜਾ ਹੈਗਾ ਸੀਗਾ ਆਪਣੇ ਕੰਵਲ ਨੇ ਉਹ ਜੁਝਾਰੂ ਮੂਵਮੈਂਟ ਦਾ ਦਿੱਤਾ, ਕਿਉਂਕਿ ਉਹ ਪ੍ਰੋਗਰੈਸਿਵ ਸੀ, ਉਹ ਲੋਕਾਂ ਦੇ ਭਲੇ ਸੀ ਜੀ, ਸਰਬੱਤ ਦੇ ਭਲੇ ਦੀ ਉਹ ਗੱਲ ਸੀਗੀ। ਬਿਲਕੁਲ ਜੀ, ਬਿਲਕੁਲ। ਇਹ ਉਹ ਉਹਨਾਂ ਦੇ ਚੱਲਦੀ ਰਹੀ ਹੈ, ਠੀਕ ਹੈ। ਕਿਉਂਕਿ ਉਹਨਾਂ ਨੇ ਰਾਜੀਵ ਗਾਂਧੀ ਨੂੰ ਵੀ ਬਾਅਦ ਚੋਂ ਜਿਹੜਾ ਦਿੱਲੀ ਦੇ ਕਤਲੇਆਮ ਤੇ ਵੀ ਦੂਜਾ ਜ਼ਫਰਨਾਮਾ ਚਿੱਠੀ ਲਿਖੀ ਇੱਕ ਕਿਤਾਬ ਦੇ ਰੂਪ ਦੇ ਵਿੱਚ। ਤੇ ਨਾਲ ਦੀ ਨਾਲ ਜਿੰਨਾ ਮੈਨੂੰ ਇਹ ਲੱਗਦਾ ਜੀ, ਜਿੰਨਾ ਫਿਕਰ ਤੇ ਜ਼ਿਕਰ ਪੰਜਾਬ ਦਾ ਜਸਵੰਤ ਸਿੰਘ ਕੰਵਲ ਨੇ ਕੀਤਾ ਆਪਣੀਆਂ ਲਿਖਤਾਂ ਦੇ ਦੌਰਾਨ, ਆਪਣੇ ਨਾਵਲਾਂ ਦੇ ਵਿੱਚ, ਉਹਨਾਂ ਦੀ ਗੱਲਬਾਤ 'ਚੋਂ ਵੀ ਲੱਗਦਾ ਹੁੰਦਾ ਸੀ ਕਿ ਉਹਨਾਂ ਨੂੰ ਪੰਜਾਬ ਦਾ ਫਿਕਰ ਹੈ। ਉਹ ਪੰਜਾਬ ਦਾ ਸਵਾਰਨਾ ਚਾਹੁੰਦੇ ਨੇ, ਪੰਜਾਬ ਨੂੰ ਸਹੀ ਰਾਹਾਂ 'ਤੇ ਦੇਖਣਾ ਚਾਹੁੰਦੇ ਆ। ਮੈਨੂੰ ਯਾਦ ਹੈ ਇੱਕ ਸਮਾਂ, ਉਦੋਂ ਉਹ ਆਪਣੇ ਬਾਬਾ ਸਰਬਜੋਤ ਸਿੰਘ ਬੇਦੀ ਉਹਨਾਂ ਨੂੰ ਨਾਲ ਲੈ ਕੇ ਵੀ ਕਿਸੇ ਤਰ੍ਹਾਂ ਪੰਜਾਬ ਨੂੰ ਬਚਾਈਏ ਆਪਾਂ। ਉਹਨਾਂ ਨੇ ਇੱਕ ਬਹੁਤ ਵੱਡਾ ਅਹਿਦ ਕੀਤਾ ਸੀਗਾ, ਬਹੁਤ ਵੱਡਾ ਯਤਨ ਵੀ ਕੀਤਾ। ਚਲੋ ਉਹ ਸਿਰੇ ਚੜ੍ਹਿਆ ਨਾ ਚੜ੍ਹਿਆ, ਉਹ ਬਿਸਾਈਡ ਦਾ ਪੁਆਇੰਟ ਆ। ਪਰ ਨਾਲ ਦੀ ਨਾਲ ਜੇ ਆਪਾਂ ਨੇ ਨਾਵਲਾਂ ਤੋਂ ਬਿਨਾਂ ਹੋਰ ਕਿਤਾਬਾਂ ਜਾਂ ਲੇਖ ਵਗੈਰਾ ਉਹ ਵੀ ਉਹਨਾਂ ਨੇ ਲਿਖੇ ਹੈ ਜੀ। ਤੇ 3-4 ਨਾਂ ਤਾਂ ਮੈਂ ਤੁਹਾਨੂੰ ਸੁਣਾ ਦੇਣਾ ਜੀ। ਉਹ ਹੈਗੇ ਜੀ, ਇੱਕ ਤਾਂ ਪੰਜਾਬ ਤੇਰਾ ਕੀ ਬਣੂ, ਅੱਛਾ। ਇੱਕ ਹੈ ਸਿੱਖ ਜੱਦੋ ਜਹਿਦ, ਸਿੱਖ ਜੱਦੋ ਜਹਿਦ ਜੀ। ਇੱਕ ਹੈ ਰੁੜ ਚੱਲਿਆ ਪੰਜਾਬ, ਇੱਕ ਹੈ ਪੰਜਾਬ ਦਾ ਸੱਚ, ਸਾਡੇ ਦੋਸਤ ਸਾਡੇ ਦੁਸ਼ਮਣ। ਇਹ ਮੇਨ ਹੈਗੇ, ਹੋਰ ਵੀ ਜ਼ਿਆਦਾ ਉਹਨਾਂ ਨੇ ਲਿਖਿਆ ਜੀ ਜੀ, ਤੇ ਪ੍ਰਚਾਰ ਵੀ ਬਹੁਤ ਕੀਤਾ। ਇਹਦੇ ਵਿੱਚ ਉਹਨਾਂ ਨੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਵਿੱਚ, ਜਿਹਦੇ ਵਿੱਚ ਸਾਡੇ ਮਜ਼ਦੂਰ, ਕਿਸਾਨ ਤੇ ਦੂਸਰੇ ਸਾਰੇ ਕੰਮਾਂ ਕਰਨ ਵਾਲੇ ਲੋਕ ਆਉਂਦੇ ਆ, ਪੰਜਾਬ ਦੀ ਇੰਡਸਟਰੀ ਹੁੰਦੀ ਹੈ, ਇਸ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਜੀ ਜੀ। ਤੇ ਉਸ ਆਵਾਜ਼ ਉਠਾਈ ਦੇ ਵਿੱਚ ਪ੍ਰੋਗਰੈਸਿਵ ਫੋਰਸਿਸ ਨੇ ਉਹਦਾ ਸਾਥ ਦਿੱਤਾ, ਨੋ ਡਾਊਟ। ਤੇ ਕਾਂਗਰਸ ਨੇ ਤੇ ਜਿਹੜੀ ਸੈਂਟਰ ਦੇ ਵਿੱਚ ਹਿੰਦੂ ਲਾਬੀ ਆ, ਉਹਨੇ ਠੋਕ ਕੇ ਵਿਰੋਧ ਵੀ ਕੀਤਾ। ਬਿਲਕੁਲ ਜੀ। ਪਰ ਇਹ ਕਰਦੇ ਇਸ ਲਈ ਰਹੇ ਕਿਉਂਕਿ ਲੋਕਾਂ ਦੇ ਵਿੱਚ ਇਹਨਾਂ ਦੀ ਲੋਕਪ੍ਰਿਯਤਾ ਬਹੁਤ ਜ਼ਿਆਦਾ ਸੀ। ਬਿਲਕੁਲ। ਜੇ ਆਪਾਂ ਕਹੀਏ ਕਿ ਲੋਕਾਂ ਦਾ ਰਾਈਟਰ, ਲੋਕਾਂ ਦਾ ਲਿਖਾਰੀ, ਤਾਂ ਉਹ ਜਸਵੰਤ ਸਿੰਘ ਕੰਵਲ ਹੈ। ਬਿਲਕੁਲ ਜੀ। ਇਸ ਉੱਪਰ ਜਿਹੜਾ ਹਾਈਟ ਹੈ, ਇਹਨੂੰ ਕਿ ਅਜੇ ਤੱਕ ਨਹੀਂ ਕਿਸੇ ਨੇ ਛੂਹਿਆ, ਨਹੀਂ ਛੂ ਸਕਿਆ ਜੀ। ਅੱਛਾ ਡਾਕਟਰ ਸਾਹਿਬ, ਥੋੜ੍ਹਾ ਟਾਈਮ ਰਹਿ ਗਿਆ ਆਪਣੇ ਕੋਲੇ, ਮੈਨੂੰ ਦੱਸਿਓ, ਹੁਣ ਅਸੀਂ ਲਾਸਟ ਵਾਰੀ ਉਹਨਾਂ ਨੂੰ ਮਿਲ ਕੇ ਆਏ ਹੋ, ਹੁਣ ਉਹਨਾਂ ਦਾ ਚਿੰਤਨ ਕੀ ਚੱਲ ਰਿਹਾ ਸੀਗਾ? ਮੈਂ ਜਿਹੜਾ ਹੈਗਾ ਨਾ, ਉਹ ਹੁਣ ਲੜਾਈ ਦੀ ਜਗ੍ਹਾ ਕੁਛ ਉਹਨਾਂ ਨੂੰ ਆਪਣਾ ਅੰਤ ਜਿਹਾ ਵੀ ਨੇੜੇ ਲੱਗਣ ਲੱਗਿਆ ਸੀ, ਕੁਛ ਮਾਯੂਸ ਸੀ। ਅੱਛਾ। ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੀਡਰ ਸੀਗੇ, ਜਿਹੜੇ ਆਪਣੀ ਲੀਡਰੀਆਂ ਚਮਕਾਉਣ ਵਾਲੇ ਸੀ, ਉਹਨਾਂ ਨੇ ਇਹਨਾਂ ਦੇ ਵਿੱਚ ਹਾਂ ਤਾਂ ਕੀਤੀ, ਪਰ ਸਾਥ ਨਹੀਂ ਦਿੱਤਾ। ਬਿਲਕੁਲ ਜੀ। ਨਾ ਅਕਾਲੀਆਂ ਨੇ ਦਿੱਤਾ ਤੇ ਨਾ ਉਹ ਉਹਨਾਂ ਜ਼ਿਆਦਾ ਜ਼ੋਰ ਨਾਲ ਪ੍ਰੋਗਰੈਸਿਵਸ ਆਏ। ਕੁਝ ਤਰੱਕੀ ਪਸੰਦ ਲੋਕ ਜਿਹੜੇ ਸੀਗੇ, ਕੁਝ ਰਾਈਟਰ ਸੀ ਤੇ ਕੁਝ ਸਭਾਵਾਂ ਸੀ, ਉਹਨਾਂ ਨੇ ਸਾਥ ਦਿੱਤਾ। ਪਰ ਤੁਹਾਨੂੰ ਪਤਾ ਹੈ ਕਿ ਇਸ ਕੈਪੀਟਲਿਜ਼ਮ ਦੇ ਵਿੱਚ
ਇਸ ਦੌਰ ਦੇ ਵਿੱਚ ਸਿਆਣੇ ਨੂੰ ਕੌਣ ਪੁੱਛਦਾ? ਇਹ ਬਿਲਕੁਲ ਸੱਚੀ ਗੱਲ ਹੈ ਜੀ। ਇੱਥੇ ਸਿਆਣੇ ਗੱਲ ਦੀ ਨਹੀਂ, ਇੱਥੇ ਤਾਂ ਫਿਰ ਉਹੀ ਜਿਹੜੇ ਫੈਂਸ ਸਿੱਟਰ ਵਾਲੇ ਉਹਨਾਂ ਦੀ ਹੈ। ਹੋ ਜਾ। ਅੱਛਾ, ਹੁਣ ਸਾਡੇ ਕੋਲ 1 ਮਿੰਟ ਹੈ ਜੀ। ਹਾਂਜੀ। ਉਹਨਾਂ ਦੇ 100ਵੇਂ ਜਨਮ ਦਿਨ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ ਵੀ ਕੰਵਲ, ਜ਼ਿੰਦਗੀ ਦਾ ਕੁਛ ਨਹੀਂ ਪਤਾ, ਕਿਹਨੇ ਜਾਣਾ ਪਹਿਲਾਂ। ਠੀਕ ਹੈ, ਤੇਰੇ ਨੇੜੇ ਪਹੁੰਚੇ ਹੋਏ ਅਸੀਂ ਵੀ ਹੈਗੇ ਜੀ। ਪਰ ਇੱਕ ਗੱਲ ਮੰਨ ਲੈ ਕਿ ਜਿਸ ਇਸ ਆਜ਼ਾਦੀ ਦੇ ਲੋਕਾਂ ਦੇ ਪੱਖੀ ਝੰਡੇ ਨੂੰ ਤੂੰ ਹੱਥ ਲਾਇਆ ਹੋਇਆ, ਮੇਰਾ ਹੱਥ ਤੇਰੇ ਨਾਲ ਹੈ, ਡਿੱਗਣ ਨਹੀਂ ਦਿੰਦੇ। ਕੀ ਬਾਤ ਹੈ ਡਾਕਟਰ ਸਾਹਿਬ। ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਜਸਵੰਤ ਸਿੰਘ ਕੰਵਲ ਉਹਨਾਂ ਨੂੰ 100 ਸਾਲ ਹੋਰ ਬਖਸ਼ੇ, ਹੋਰ ਲਿਖਣ, ਪੰਜਾਬ ਦਾ ਫਿਕਰ ਜ਼ਿਕਰ ਕਰਨ ਤੇ ਪੰਜਾਬ ਦਾ ਕੁਝ ਬਣਦਾ ਵੀ ਦੇਖ ਲੈਣ ਕਿ ਪੰਜਾਬ ਟਰੈਕ ਤੇ ਵੀ ਆ ਗਿਆ ਹੈਗਾ। ਸੋ ਨਾਲ ਦੀ ਨਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆ ਕੇ ਉਹ ਗੁੱਝੀਆਂ ਗੱਲਾਂ ਜਿਹੜੀਆਂ ਹੋਰ ਕਿਸੇ ਨੂੰ ਨਹੀਂ ਪਤਾ ਹੁੰਦੀਆਂ, ਇਕੱਲੇ ਦੋਸਤਾਂ ਨੂੰ ਹੀ ਪਤਾ ਹੁੰਦੀਆਂ, ਉਹ ਸਾਡੇ ਨਾਲ ਸਾਂਝੀਆਂ ਕੀਤੀਆਂ, ਮੇਰੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਜੀ। ਨਹੀਂ, ਮੈਂ ਤੁਹਾਡਾ ਜ਼ਿਆਦਾ ਧੰਨਵਾਦੀ ਇਸ ਲਈ ਕਰਦਾ, ਇੱਕ ਤਾਂ ਤੁਸੀਂ ਸੱਚ ਦੇ ਪੱਖ ਵਿੱਚ ਪੂਰਦੇ ਹੋ ਅਤੇ ਤੁਸੀਂ ਸੱਚ ਦਾ ਸਾਥ ਦਿੰਦੇ ਹੋ। ਜਦੋਂ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੁਸੀਂ ਉਸ ਗੱਲ ਨੂੰ ਚੱਕਦੇ ਹੋ ਅਤੇ ਤੁਹਾਡੇ ਜਿਹੜੀ ਹੈਗੀ TV ਦੇ ਸਾਰੇ ਲੋਕ, ਥੈਂਕ ਯੂ। ਠੀਕ ਹੈ ਜੀ, ਤੁਸੀਂ ਬਹੁਤ ਸੇਵਾ ਕਰਦੇ ਹੋ। ਵਾਹਿਗੁਰੂ ਤੁਹਾਨੂੰ ਨਾ ਸਮਰੱਥਾ ਦਿੱਤੀ ਹੋਈ ਹੈ, ਲੰਬੀ ਉਮਰ ਦੇ ਵਿੱਚ। ਥੈਂਕ ਯੂ ਜੀ। ਇਹ ਵੀ ਤੁਹਾਡੀ ਬਖਸ਼ਿਸ਼ ਆ, ਤੁਹਾਡੀ ਕਲਾਸ ਬੈਂਚ 'ਤੇ ਬਹਿ ਕੇ ਸਿੱਖਿਆ ਜੀ ਜਿਹੜਾ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਜੀ। ਅਸੀਂ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਜਸਵੰਤ ਸਿੰਘ ਕੰਵਲ ਨੂੰ ਚੜ੍ਹਦੀ ਕਲਾ, ਤੰਦਰੁਸਤੀ ਵਾਲਾ ਜੀਵਨ ਬਖਸ਼ੇ, 100 ਸਾਲ ਹੋਰ ਜਿਉਣ, ਪੰਜਾਬ ਨੂੰ ਰਸਤਾ ਵਸਦਾ ਵੇਖਣ ਅਤੇ ਹੋਰ ਲਿਖਣ, ਪੰਜਾਬ ਦਾ ਫਿਕਰ ਹੋਰ ਕਰਨ, ਕਿਉਂਕਿ ਕਦੇ ਕਦੇ ਇਹੋ ਜਿਹੇ ਲਿਖਾਰੀ ਮਿਲਦੇ ਆ ਜਿਹੜੇ ਆਪਣੀ ਕੌਮ ਦਾ, ਆਪਣੇ ਪਿੰਡ ਦਾ, ਆਪਣੇ ਦੇਸ਼ ਦਾ ਫਿਕਰ ਕਰਦੇ ਆ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਪ ਜੀ ਨਾਲ ਸਾਂਝ ਪਾਵਾਂਗੇ। ਤਦ ਤੱਕ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ੍ਰੀ ਅਕਾਲ।